ਅੱਜ ਦਾ ਜੋ ਆਪਣਾ ਟੌਪਿਕ ਹੈ ਉਹ ਆਪਣਾ ਹੈ ਸੋਲਿਊਸ਼ਨ। ਠੀਕ ਹੈ, ਸੋਲਿਊਸ਼ਨ ਦੇਖੋ ਦੋ ਚੀਜ਼ਾਂ, ਸੋਲਿਊਸ਼ਨ ਮਤਲਬ ਘੋਲ ਹੈ ਨਾ, ਜੇ ਪੰਜਾਬੀ ਲੈਂਗੁਏਜ 'ਚ ਗੱਲ ਕਰਦੇ ਹਾਂ ਤਾਂ ਘੋਲ ਦੇ ਲਈ ਦੇਖੋ ਆਪਾਂ ਕੋਲ ਦੋ ਚੀਜ਼ਾਂ ਦੀ ਰਿਕੁਆਇਰਮੈਂਟ ਹੁੰਦੀ ਹੈ। ਇੱਕ ਹੁੰਦਾ ਹੈ ਤੁਹਾਡਾ ਸੋਲਿਊਟ ਤੇ ਦੂਜੀ ਚੀਜ਼ ਤੁਹਾਨੂੰ ਚਾਹੀਦੀ ਹੁੰਦੀ ਹੈ ਸੋਲਵੈਂਟ। ਜਦੋਂ ਤੁਹਾਡਾ ਸੋਲਿਊਟ ਤੇ ਸੋਲਵੈਂਟ ਆਪਸ ਦੇ ਵਿੱਚ ਇੱਕ ਮਿਕਸ ਹੁੰਦੇ ਨੇ ਤਾਂ ਉਹ ਇੱਕ ਸੋਲਿਊਸ਼ਨ ਦੀ ਫਾਰਮੇਸ਼ਨ ਕਰਦੇ। ਠੀਕ ਹੈ, ਸੋਲਿਊਸ਼ਨ ਵਰਡ ਸੁਣ ਕੇ ਥੋੜੇ ਮਾਈਂਡ 'ਚ ਆ ਰਿਹਾ ਹੋਏਗਾ ਨਾ, ਕਿ ਜਿਵੇਂ ਹੁਣ ਆਪਾਂ ਨਮਕ ਨੂੰ ਪਾਣੀ ਵਿੱਚ ਘੋਲ ਦਿੰਦੇ ਹਾਂ ਜਾਂ ਚੀਨੀ ਨੂੰ ਪਾਣੀ ਵਿੱਚ ਘੋਲ ਦਿੰਦੇ ਹਾਂ, ਤਾਂ ਕਦੇ ਵੀ ਜੋ ਸੋਲਿਊਸ਼ਨ ਹੈ ਉਹਦੇ ਲਈ ਤੁਹਾਡੇ ਕੋਲ ਕੀ ਚਾਹੀਦੇ ਹੁੰਦੇ ਨੇ, ਦੋ ਸਬਸਟੈਂਸਿਸ ਦੀ ਰਿਕੁਆਇਰਮੈਂਟ ਹੁੰਦੀ ਹੈ ਮਿਨੀਮਮ। ਤਾਂ ਦੋ ਸਬਸਟੈਂਸਿਸ ਜਦੋਂ ਮਿਲ ਕੇ ਇੱਕ ਨਵਾਂ ਸਬਸਟੈਂਸ ਕਹਿ ਲਓ ਜਾਂ ਇੱਕ ਨਵੀਂ ਕੰਪੋਜੀਸ਼ਨ ਨੂੰ ਫਾਰਮ ਕਰਦੇ ਨੇ ਤਾਂ ਉਸ ਨੂੰ ਆਪਾਂ ਬੋਲਦੇ ਹਾਂ ਸੋਲਿਊਸ਼ਨ। ਸੋਲਿਊਸ਼ਨ ਦੇ ਲਈ ਮਿਨੀਮਮ ਦੋ ਚੀਜ਼ਾਂ, ਇੱਕ ਤੁਹਾਡਾ ਸੋਲਿਊਟ ਤੇ ਦੂਸਰਾ ਤੁਹਾਡਾ ਸੋਲਵੈਂਟ ਦੀ ਕੀ ਰਹਿੰਦੀ ਹੈ ਤੁਹਾਡੇ ਕੋਲ ਰਿਕੁਆਇਰਮੈਂਟ ਰਹਿੰਦੀ ਹੈ। ਠੀਕ ਹੈ, ਤਾਂ ਸੋਲਿਊਸ਼ਨ ਸਟਾਰਟ ਕਰਦੇ ਹਾਂ ਕਿ ਤੁਹਾਡਾ ਜੋ ਸੋਲਵੈਂਟ ਹੈ ਉਹਦੇ ਵਿੱਚ ਜਦੋਂ ਤੁਸੀਂ ਸੋਲਿਊਟ ਨੂੰ ਐਡ ਕਰਦੇ ਹੋ, ਸੋਲਿਊਟ ਨੂੰ ਜਦੋਂ ਤੁਸੀਂ ਸੋਲਵੈਂਟ ਦੇ ਵਿੱਚ ਐਡ ਕਰਦੇ ਹੋ ਤਾਂ ਜੋ ਰਿਜ਼ਲਟਿੰਗ ਕੰਪਾਊਂਡ ਤੁਹਾਡਾ ਬਣਦਾ ਹੈ ਉਸ ਨੂੰ ਆਪਾਂ ਬੋਲਦੇ ਹਾਂ ਸੋਲਿਊਸ਼ਨ, ਉਸ ਨੂੰ ਆਪਾਂ ਬੋਲਦੇ ਹਾਂ ਸੋਲਿਊਸ਼ਨ। ਠੀਕ ਹੈ, ਤਾਂ ਸੋਲਿਊਸ਼ਨ ਦੇ ਵਿੱਚ ਦੇਖੋ ਹੁਣ ਕੀ ਹੈ ਕਿ ਤੁਹਾਡਾ ਸੋਲਿਊਟ ਕੀ ਹੁੰਦਾ ਹੈ ਤੇ ਤੁਹਾਡਾ ਸੋਲਵੈਂਟ ਕਿਸ ਨੂੰ ਬੋਲਦੇ ਹਾਂ। ਸੋਲਿਊਟ ਕਿਹੜਾ ਹੁੰਦਾ ਹੈ, ਉਹ ਵਾਲਾ ਕੰਪੋਨੈਂਟ ਦੋਨਾਂ ਵਿੱਚੋਂ ਉਹ ਵਾਲਾ ਕੰਪੋਨੈਂਟ ਜੋ ਘੱਟ ਕੁਆਂਟੀਟੀ ਵਿੱਚ ਪ੍ਰੈਜ਼ੈਂਟ ਹੁੰਦਾ ਹੈ ਉਸ ਨੂੰ ਆਪਾਂ ਬੋਲਦੇ ਹਾਂ ਸੋਲਿਊਟ। ਤੇ ਜੋ ਤੁਸੀਂ ਲਾਰਜਰ ਕੁਆਂਟੀਟੀ ਵਿੱਚ ਯੂਜ਼ ਕਰਦੇ ਹੋ ਸੋਲਿਊਸ਼ਨ ਫਾਰਮ ਕਰਨ ਦੇ ਲਈ ਉਹ ਤੁਹਾਡਾ ਕੀ ਹੁੰਦਾ ਹੈ, ਤੁਹਾਡਾ ਸੋਲਵੈਂਟ ਹੁੰਦਾ ਹੈ। ਤੇ ਸੋਲਵੈਂਟ ਹੀ ਡਿਸਾਈਡ ਕਰਦਾ ਹੈ ਕਿ ਜੋ ਤੁਹਾਡਾ ਫਾਈਨਲ ਸੋਲਿਊਸ਼ਨ ਹੈ ਉਸ ਦੀ ਜੋ ਫਿਜ਼ੀਕਲ ਸਟੇਟ ਹੈ, ਮਤਲਬ ਉਹ ਸੋਲਿਡ ਰਹੇਗਾ, ਉਹ ਲਿਕੁਇਡ ਰਹੇਗਾ ਜਾਂ ਉਹ ਗੈਸ ਰਹੇਗਾ, ਉਹ ਡਿਸਾਈਡ ਕਰਦਾ ਹੈ। ਫॉर एग्जांपल अगर ਤੁਸੀਂ ਕੰਸੀਡਰ ਕਰਦੇ ਹੋ ਸॉल्ट ਸੋਲਿਊਸ਼ਨ, ਸॉल्ट ਇਨ ਵਾਟਰ, ਤਾਂ ਹੁਣ ਦੇਖੋ ਇਹ ਤਾਂ ਬਿਲਕੁਲ ਨਾਰਮਲ ਜੀ ਇੱਕ ਐਗਜ਼ਾਮਪਲ ਹੈ ਜਿਹਦੇ ਵਿੱਚ ਤੁਹਾਨੂੰ ਪਤਾ ਹੈ ਤੁਸੀਂ ਸॉल्ट ਬੜੀ ਹੀ ਲੈਸ ਅਮਾਉਂਟ ਦੇ ਵਿੱਚ ਯੂਜ਼ ਕਰਦੇ ਹੋ ਤੇ ਜਿਹੜਾ ਤੁਹਾਡਾ ਵਾਟਰ ਹੁੰਦਾ ਹੈ ਉਹ ਕੀ ਕਰਦੇ ਹੋ ਤੁਸੀਂ ਐਕਸੈਸ ਦੇ ਵਿੱਚ ਯੂਜ਼ ਕਰਦੇ ਹੋ ਨਾ। ਤਾਂ ਇਸ ਕੇਸ ਦੇ ਵਿੱਚ ਜਿੱਦਾਂ ਅਮਾਉਂਟ ਘੱਟ ਹੁੰਦਾ ਹੈ ਉਹਨੂੰ ਆਪਾਂ ਬੋਲਦੇ ਹਾਂ ਸੋਲਿਊਟ। ਤਾਂ ਇੱਥੇ ਜੋ ਤੁਹਾਡਾ ਸॉल्ट ਹੈ ਉਹ ਕਿਦਾਂ ਦਾ ਬਿਹੇਵ ਕਰਦਾ ਹੈ ਤੁਹਾਡੇ ਸੋਲਿਊਟ ਦੀ ਤਰ੍ਹਾਂ। ਠੀਕ ਹੈ, ਤੇ ਜੋ ਤੁਹਾਡੀ ਚੀਜ਼ ਐਕਸੈਸ ਦੇ ਵਿੱਚ ਹੈ ਉਹ ਕੀ ਬਣ ਜਾਂਦੀ ਹੈ ਤੁਹਾਡੀ ਸॉल्वेंट। ਤਾਂ ਜਦੋਂ ਇਹ ਦੋਨੇ ਆਪਸ ਦੇ ਵਿੱਚ ਮਿਕਸ ਹੁੰਦੇ ਨੇ ਤਾਂ ਤੁਹਾਡੀ ਸੋਲਿਊਸ਼ਨ ਦੀ ਫਾਰਮੇਸ਼ਨ ਉੱਥੇ ਹੁੰਦੀ ਹੈ। ਫਿਰ ਨੈਕਸਟ ਇੱਕ ਵਰਡ ਆਉਂਦਾ ਹੈ ਕਿ ਜੋ ਤੁਹਾਡਾ ਸੋਲਿਊਸ਼ਨ ਬਣਿਆ ਹੈ ਉਹ ਸੋਲਿਊਸ਼ਨ ਕਿੱਦਾਂ ਦਾ ਹੈ। ਤਾਂ ਦੋ ਤਰ੍ਹਾਂ ਦੇ ਸੋਲਿਊਸ਼ਨ ਫਾਰਮ ਹੁੰਦੇ ਨੇ, ਫਸਟ ਵਨ ਇਜ਼ ਯੋਰ ਹੋਮੋਜੀਨੀਅਸ ਤੇ ਦੂਸਰਾ ਹੁੰਦਾ ਹੈ ਤੁਹਾਡਾ ਹੀਟਰੋਜੀਨੀਅਸ। ਸ਼ਾਇਦ ਆਪਾਂ ਪਹਿਲਾਂ ਵੀ ਆਈ ਥਿੰਕ ਕਰ ਚੁੱਕੇ ਹੋਵਾਂਗੇ ਹੋਮੋਜੀਨੀਅਸ ਤੇ ਹੀਟਰੋਜੀਨੀਅਸ। ਜਿਵੇਂ ਕਿ ਦੇਖੋ ਨਾਮ ਤੋਂ ਹੀ ਕਲੀਅਰ ਹੈ, ਹੋਮੋਜੀਨੀਅਸ ਮਤਲਬ ਸੇਮ, ਜੀਨੀਅਸ ਮਤਲਬ ਇੱਕੋ ਜਿਹੀ ਪ੍ਰੋਪਰਟੀਜ਼ ਹੋਣ, ਮਤਲਬ ਇੱਥੇ ਦਾ ਮਤਲਬ ਕੀ ਹੁੰਦਾ ਹੈ ਹੋਮੋਜੀਨੀਅਸ ਦਾ, ਸੇਮ ਕੰਪੋਜੀਸ਼ਨ। ਮਤਲਬ ਸੋਲਿਊਸ਼ਨ ਇਸ ਤਰ੍ਹਾਂ ਦਾ ਸੋਲਿਊਸ਼ਨ ਜਿਹਦੇ ਵਿੱਚ ਕਿ ਜੋ ਵੀ ਤੁਸੀਂ ਸੋਲਿਊਟ ਤੇ ਸੋਲਵੈਂਟ ਐਡ ਕੀਤਾ ਹੈ ਉਹਨਾਂ ਦੀਆਂ ਜੋ ਪ੍ਰੋਪਰਟੀਜ਼ ਨੇ ਤੇ ਉਹਨਾਂ ਦੀ ਜੋ ਕੰਪੋਜੀਸ਼ਨ ਨੇ ਉਹ ਯੂਨੀਫਾਰਮ ਹੈ। ਯੂਨੀਫਾਰਮ ਦਾ ਦੇਖੋ ਮਤਲਬ ਇੱਥੇ ਕੀ ਹੈ ਕਿ ਤੁਸੀਂ ਸੋਲਿਊਸ਼ਨ ਨੂੰ ਦੇਖ ਕੇ ਡਿਸਟਿੰਗੁਇਸ਼ ਨਹੀਂ ਕਰ ਸਕਦੇ ਕਿ ਇਹਦੇ ਵਿੱਚ ਸੋਲਿਊਟ ਕਿਹੜਾ ਸੀ ਤੇ ਸੋਲਵੈਂਟ ਕੀ ਸੀ। ਫॉर एग्जांपल ਜਦੋਂ ਤੁਸੀਂ ਸਾਲਟ ਦੇ ਵਿੱਚ ਵਾਟਰ ਐਡ ਕਰ ਦਿੰਦੇ ਹੋ ਕਿ ਜਦੋਂ ਸੋਲਿਊਸ਼ਨ ਫਾਰਮ ਹੋ ਜਾਂਦਾ ਹੈ ਤਾਂ ਸੋਲਿਊਸ਼ਨ ਨੂੰ ਦੇਖ ਕੇ ਕਿ ਤੁਸੀਂ ਦੱਸ ਸਕਦੇ ਹੋ ਕਿ ਇਹਦੇ ਵਿੱਚ ਸਾਲਟ ਐਡ ਕੀਤਾ ਗਿਆ ਸੀ ਜਾਂ ਸ਼ੂਗਰ ਐਡ ਕੀਤੀ ਗਈ ਸੀ, ਨਹੀਂ ਕਰ ਸਕਦੇ ਟਿਲ ਜਦੋਂ ਤੱਕ ਤੁਸੀਂ ਉਸ ਨੂੰ ਟੇਸਟ ਨਹੀਂ ਕਰੋ। ਠੀਕ ਹੈ, ਤਾਂ ਹੋਮੋਜੀਨੀਅਸ ਮਿਕਸਚਰ ਦਾ ਮਤਲਬ ਕੀ ਹੋ ਜਾਂਦਾ ਹੈ ਜਾਂ ਸੋਲਿਊਸ਼ਨ ਦਾ ਮਤਲਬ ਕੀ ਹੋ ਜਾਂਦਾ ਹੈ ਕਿ ਜੋ ਉਹਦਾ ਫੇਜ਼ ਹੈ ਉਹ ਕੀ ਹੁੰਦਾ ਹੈ, ਸਿੰਗਲ ਫੇਜ਼ ਸਿਸਟਮ ਹੁੰਦਾ ਹੈ ਤੁਹਾਡਾ ਹੋਮੋਜੀਨੀਅਸ ਮਿਕਸਚਰ। ਜਦ ਕਿ ਜੋ ਤੁਹਾਡੇ ਹੀਟਰੋਜੀਨੀਅਸ ਮਿਕਸਚਰਸ ਹੁੰਦੇ ਨੇ ਉਹਦੇ ਵਿੱਚ ਕੀ ਹੁੰਦੇ ਨੇ, ਡਿਫਰੈਂਟ ਫੇਜ਼ਸ ਬਣ ਜਾਂਦੇ ਨੇ। ਤੁਸੀਂ ਈਜ਼ੀਲੀ ਆਇਡੈਂਟੀਫਾਈ ਕਰ ਸਕਦੇ ਹੋ ਸੋਲਿਊਸ਼ਨ ਨੂੰ ਦੇਖ ਕੇ ਕਿ ਇਸ ਵਿੱਚ ਜੋ ਤੁਹਾਡਾ ਸੋਲਵੈਂਟ ਹੈ ਉਹ ਕਿਹੜਾ ਸੀ ਤੇ ਜੋ ਤੁਹਾਡਾ ਸੋਲਿਊਟ ਹੈ ਉਹ ਕਿਹੜਾ ਸੀ। ਫॉर एग्जांपल ਅਗਰ ਤੁਸੀਂ ਉਹਦੇ ਵਿੱਚ ਕੀ ਪਾਓਗੇ, ਡਸਟ ਪਲੱਸ ਵਾਟਰ, ਤਾਂ ਤੁਹਾਨੂੰ ਪਤਾ ਹੈ ਵਾਟਰ ਦੇ ਵਿੱਚ ਜੋ ਡਸਟ ਹੈ ਉਹ ਸੋਲੂਬਲਾਈਜ਼ ਨਹੀਂ ਹੁੰਦੀ। ਡਸਟ ਕੀ ਹੈ, ਵਾਟਰ ਦੇ ਵਿੱਚ ਨੀਚੇ ਬੈਠ ਜਾਏਗੀ, ਨੀਚੇ ਸੈਟਲ ਡਾਊਨ ਹੋ ਜਾਏਗੀ ਤੇ ਇਹਨੂੰ ਆਪਾਂ ਈਜ਼ੀਲੀ ਆਇਡੈਂਟੀਫਾਈ ਕਰ ਸਕਦੇ ਹਾਂ ਤੁਹਾਡੇ ਸੋਲਿਊਸ਼ਨ ਦੇ ਵਿੱਚ ਕਿ ਆਹ ਡਸਟ ਲੱਗ ਪਈ ਹੈ ਤੇ ਜੋ ਤੁਹਾਡਾ ਵਾਟਰ ਵਾਲਾ ਕੰਪੋਨੈਂਟ ਹੈ ਉਹ ਇੱਕ ਡਿਫਰੈਂਟ ਹੈ। ਤਾਂ ਉਹ ਦੋ ਡਿਫਰੈਂਟ ਲੇਅਰਸ ਬਣਾ ਲੈਂਦੇ ਨੇ ਜਿਸ ਕਰਕੇ ਆਪਾਂ ਸੋਲਿਊਸ਼ਨ ਨੂੰ ਆਇਡੈਂਟੀਫਾਈ ਕਰ ਪਾਉਂਦੇ ਹਾਂ। ਤਾਂ ਇਸ ਤਰ੍ਹਾਂ ਦੀ ਚੀਜ਼ ਨੂੰ ਆਪਾਂ ਬੋਲਦੇ ਹਾਂ ਹੀਟਰੋਜੀਨੀਅਸ ਮਿਕਸਚਰ। ਅਦਰ ਐਗਜ਼ਾਮਪਲ ਤੁਸੀਂ ਲੈ ਸਕਦੇ ਹੋ ਆਇਲ ਇਨ ਵਾਟਰ।
ਤਾਂ ਤੁਹਾਨੂੰ ਪਤਾ ਹੋਏਗਾ ਵਾਟਰ ਦੀ ਜੋ ਡੈਂਸਿਟੀ ਹੈ ਉਹ ਜ਼ਿਆਦਾ ਹੁੰਦੀ ਹੈ ਐਜ਼ ਕੰਪੇਅਰ ਟੂ ਆਇਲ। ਆਇਲ ਦੀ ਜੋ ਡੈਂਸਿਟੀ ਹੈ ਉਹ ਘੱਟ ਹੁੰਦੀ ਹੈ ਵਾਟਰ ਦੇ ਨਾਲੋਂ। ਤਾਂ ਕਰਕੇ ਜਦੋਂ ਹੀ ਤੁਸੀਂ ਵਾਟਰ ਦੇ ਵਿੱਚ ਆਇਲ ਐਡ ਕਰਦੇ ਹੋ ਤਾਂ ਆਇਲ ਕੀ ਕਰਦਾ ਹੈ, ਇਹਦੇ ਉੱਤੇ ਫਲੋਟ ਕਰਦਾ ਹੈ। ਉੱਪਰ ਆਇਲ ਹੈ, ਨੀਚੇ ਵਾਟਰ ਹੈ। ਤਾਂ ਤੁਸੀਂ ਦੇਖ ਪਾ ਰਹੇ ਹੋਵੋਗੇ ਕਿ ਜਦੋਂ ਵੀ ਆਪਾਂ ਆਇਲ ਦੇ ਵਿੱਚ ਵਾਟਰ ਨੂੰ ਐਡ ਕਰਦੇ ਹਾਂ ਤਾਂ ਇਹ ਦੋਨੋਂ ਇੱਕ ਦੂਜੇ ਵਿੱਚ ਕੰਪਲੀਟਲੀ ਸੋਲੂਬਲਾਈਜ਼ ਨਹੀਂ ਹੁੰਦੇ। ਮਤਲਬ ਆਇਲ ਤੇ ਜੋ ਵਾਟਰ ਦਾ ਤੁਹਾਡਾ ਮਿਕਸਚਰ ਹੈ ਉਹ ਇੱਕ ਹੋਮੋਜੀਨੀਅਸ ਮਿਕਸਚਰ ਨਹੀਂ ਆ। ਕਿਉਂ? ਕਿਉਂਕਿ ਤੁਸੀਂ ਈਜ਼ੀਲੀ ਸੋਲੂਸ਼ਨ ਨੂੰ ਆਇਡੈਂਟੀਫਾਈ ਕਰ ਸਕਦੇ ਹੋ ਕਿ ਇਹਦੇ ਵਿੱਚ ਤੁਹਾਡਾ ਇੱਕ ਆਇਲ ਪਿਆ ਹੈ, ਇੱਕ ਤੁਹਾਡਾ ਵਾਟਰ ਪਿਆ ਹੈ। ਜਦ ਕਿ ਇਸ ਨੂੰ ਆਪਾਂ ਕੀ ਕੰਸੀਡਰ ਕਰਾਂਗੇ ਫਿਰ, ਹੀਟਰੋਜੀਨੀਅਸ ਮਿਕਸਚਰ, ਕਿਉਂਕਿ ਇਹ ਦੋ ਸੈਪਰੇਟ ਫੇਸਿਸ ਵਿੱਚ ਐਗਜ਼ਿਸਟ ਕਰ ਰਿਹਾ ਹੈ। ਇੱਕ ਤੁਹਾਡੀ ਜੋ ਲੇਅਰ ਹੈ ਉਹ ਆਇਲ ਲੇਅਰ ਬਣਾ ਰਹੀ ਹੈ ਤੇ ਦੂਸਰੀ ਲੇਅਰ ਕਿਹੜੀ ਹੈ ਤੁਹਾਡੀ, ਵਾਟਰ ਦੀ। ਤਾਂ ਉਸ ਤਰ੍ਹਾਂ ਦੇ ਸਿਸਟਮ ਨੂੰ ਤੁਸੀਂ ਬੋਲਦੇ ਹੋ ਹੀਟਰੋਜੀਨੀਅਸ ਮਿਕਸਚਰ। ਨੈਕਸਟ ਆਂਦਾ ਹੈ ਟਾਈਪਸ ਆਫ ਸੋਲੂਸ਼ਨ, ਕਿ ਜਿਹੜੇ ਸੋਲੂਸ਼ਨਸ ਨੇ ਉਹ ਕਿੰਨੇ ਤਰ੍ਹਾਂ ਦੇ ਹੋ ਸਕਦੇ ਨੇ। ਠੀਕ ਹੈ, ਦੇਖੋ ਡਿਪੈਂਡਿੰਗ ਅਪਨ ਦਾ ਨੇਚਰ ਆਫ ਯੋਰ ਸੋਲਿਊਟ ਐਂਡ ਸੋਲਵੈਂਟ देयर आर टोटल 9 टाइप्स ऑफ सॉल्यूशंस एग्जिस्ट। ठीक है, ਹੁਣ ਦੇਖੋ ਡਿਪੈਂਡ, ਜਿੱਦਾਂ ਹੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਜੋ ਸੋਲਿਊਸ਼ਨ ਦੀ ਫਿਜ਼ੀਕਲ ਪ੍ਰੋਪਰਟੀ ਹੈ ਉਹ ਡਿਪੈਂਡ ਕਿਤੇ ਕਰਦੀ ਹੈ ਤੁਹਾਡੇ ਸੋਲਵੈਂਟ। मतलब जो सॉल्वेंट अगर गैस है तो ओवरऑल जो थोड़ा सोल्यूशन होएगा वो गैसियस फॉर्म च होएगा। ਤੇ ਅਗਰ ਤੁਹਾਡਾ ਸੋਲਵੈਂਟ ਦੇਖੋ ਲਿਕੁਇਡ ਹੈ, ਦੇਖੋ ਇੱਥੇ ਥੋੜੀ ਗੈਸੀਅਸ ਫਾਰਮ ਚ ਹੈ ਸੋਲਵੈਂਟ, ਤਾਂ ਜੋ ਤੁਹਾਡਾ ਓਵਰਆਲ ਸੋਲੂਸ਼ਨ ਹੈ ਉਹ ਗੈਸੀਅਸ ਸੋਲੂਸ਼ਨ ਹੋਏਗਾ। ਅਗਰ ਤੁਹਾਡਾ ਸੋਲਵੈਂਟ ਲਿਕੁਇਡ ਹੈ ਤਾਂ ਤੁਹਾਡਾ ਓਵਰਆਲ ਜੋ ਤੁਹਾਡਾ ਸੋਲੂਸ਼ਨ ਹੋਏਗਾ ਉਹ ਲਿਕੁਇਡ ਫਾਰਮ ਚ ਹੋਏਗਾ। ਤੇ ਅਗਰ ਤੁਹਾਡਾ ਜੋ ਸੋਲੂਸ਼ਨ ਹੈ ਸੋਲਵੈਂਟ ਹੈ ਉਹ ਸੋਲਿਡ ਸਟੇਟ ਦੇ ਵਿੱਚ ਹੈ ਤਾਂ ਜੋ ਤੁਹਾਡਾ ਓਵਰਆਲ ਜੋ ਸੋਲੂਸ਼ਨ ਹੈ ਉਹ ਸੋਲਿਡ ਸਟੇਟ ਦੇ ਵਿੱਚ ਹੋਏਗਾ। ਤਾਂ ਡਿਪੈਂਡਿੰਗ ਅਪਨ ਦਾ ਨੇਚਰ, ਫਿਜ਼ੀਕਲ ਨੇਚਰ ਆਫ ਯੋਰ ਸੋਲਿਊਟ ਐਂਡ ਸੋਲਵੈਂਟ देयर आर 9 डिफरेंट टाइप्स ऑफ सॉल्यूशन फॉर्म। ਤਾਂ ਆਪਾਂ ਵਨ ਬਾਈ ਵਨ ਕਰਕੇ ਸਟੱਡੀ ਕਰਦੇ ਹਾਂ। ਫਸਟ ਕੇਸ ਦੇ ਵਿੱਚ ਆਪਾਂ ਕੀ ਰੱਖਿਆ ਹੈ, ਸੋਲਵੈਂਟ ਨੂੰ ਫਿਕਸ ਰੱਖ ਲਿਆ ਗੈਸ ਮੋਲੀਕਿਊਲਸ। ਸੋਲਿਊਟ ਨੂੰ ਆਪਾਂ ਵੈਰੀ ਕਰ ਰਹੇ ਹਾਂ ਕਿ ਇੱਕ ਟਾਈਮ ਜੋ ਤੁਹਾਡਾ ਸੋਲਿਊਟ ਹੈ ਉਹ ਗੈਸ ਮੋਲੀਕਿਊਲ ਹੈ, ਦੂਸਰੇ ਟਾਈਮ ਉਹ ਆਪਾਂ ਨੂੰ ਲਿਕੁਇਡ ਲੈ ਲਿਆ ਤੇ ਤੀਸਰੇ ਟਾਈਮ ਆਪਾਂ ਉਹਨੂੰ ਸੋਲਿਡ ਕੰਸੀਡਰ ਕਰ ਲਿਆ। ਪੇਪਰ 'ਚ ਕੀ ਹੋ ਸਕਦਾ ਹੈ ਕਿ ਤੁਹਾਨੂੰ ਏਦਾਂ ਕੁਐਸਚਨ ਆ ਸਕਦਾ ਹੈ ਕਿ ਤੁਹਾਡੇ ਕੋਲ ਸੋਲਿਊਟ ਗੈਸ ਗਿਵਨ ਹੈ, ਸੋਲਵੈਂਟ ਤੁਹਾਡੇ ਕੋਲ ਗੈਸ ਗਿਵਨ ਹੈ, ਤਾਂ ਗਿਵਨ ਚਾਰ ਆਪਸ਼ਨ ਦੇ ਵਿੱਚੋਂ ਤੁਹਾਨੂੰ ਪੁੱਛਣਗੇ ਦੱਸੋ ਇਹਨਾਂ ਵਿੱਚੋਂ ਕਿਹੜਾ ਇਸ ਐਗਜ਼ਾਮਪਲ ਨੂੰ ਜਸਟੀਫਾਈ ਕਰਦਾ ਹੈ ਕਿ ਉਹ ਸੋਲਿਊਟ ਉਹਦੇ ਵਿੱਚ ਗੈਸ ਹੈ ਤੇ ਸੋਲਵੈਂਟ ਵੀ ਗੈਸ ਹੈ। ਠੀਕ ਹੈ, ਤਾਂ ਤੁਹਾਨੂੰ ਪੇਪਰ ਦੇ ਵਿੱਚ ਏਦਾਂ ਦੇ ਕੁਐਸਚਨ ਆ ਸਕਦੇ ਨੇ। ਤਾਂ ਦੇਖੋ ਮਿਕਸਚਰ ਆਫ ਆਕਸੀਜਨ ਐਂਡ ਨਾਈਟ੍ਰੋਜਨ, ਤੁਹਾਨੂੰ ਪਤਾ ਹੈ ਆਕਸੀਜਨ ਵੀ ਤੁਹਾਡੀ ਗੈਸ ਹੈ, ਨਾਈਟ੍ਰੋਜਨ ਵੀ ਗੈਸ ਹੈ। ਤਾਂ ਗੈਸ ਦੇ ਵਿੱਚ ਅਗਰ ਗੈਸ ਐਡ ਕਰੋਗੇ ਤਾਂ ਉਹ ਗੈਸਿयस ਸੋਲੂਸ਼ਨ ਨੂੰ ਹੀ ਫਾਰਮ ਕਰੇਗਾ। ਦੂਸਰਾ ਆਂਦਾ ਹੈ ਤੁਹਾਡਾ ਲਿਕੁਇਡ ਇਨ ਗੈਸ। ਇੱਕ ਚੀਜ਼ ਧਿਆਨ ਰੱਖਣਾ, ਜਦੋਂ ਵੀ ਆਪਾਂ ਸਟੇਟ ਕਰਦੇ ਹਾਂ ਹਨਾ ਸੋਲੂਸ਼ਨ ਨੂੰ, ਤਾਂ ਆਪਾਂ ਹਮੇਸ਼ਾ ਸੋਲਿਊਟ ਨੂੰ ਪਹਿਲਾਂ ਲਿਖਦੇ ਹਾਂ, ਆਪਾਂ ਲਿਖਦੇ ਹਾਂ ਸੋਲਿਊਟ ਇਨ ਸੋਲਵੈਂਟ। ਆਪਾਂ ਸੋਲਿਊਟ ਨੂੰ ਐਡ ਕਰਦੇ ਹਾਂ ਸੋਲਵੈਂਟ ਦੇ ਵਿੱਚ ਕਿਉਂਕਿ ਸੋਲਿਊਟ ਤੁਹਾਡਾ ਲੈਸਰ ਕੁਆਂਟੀਟੀ ਵਿੱਚ ਹੁੰਦਾ ਹੈ ਤੇ ਜੋ ਤੁਹਾਡਾ ਸੋਲਵੈਂਟ ਹੈ that is in large quantity। ਤਾਂ ਅਗਰ ਤੁਹਾਨੂੰ ਏਦਾਂ ਲਿਖਿਆ ਮਿਲਦਾ ਹੈ ਗੈਸ ਇਨ ਸੋਲਿਡ, ਤਾਂ ਇਹਦਾ ਮਤਲਬ ਕੀ ਹੁੰਦਾ ਹੈ, ਗੈਸ ਤੁਹਾਡਾ ਕੀ ਹੈ, ਸੋਲਿਊਟ ਹੈ, ਤੇ ਜੋ ਤੁਹਾਡਾ ਸੋਲਿਡ ਹੈ that is your solvent। ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪੁਆਇੰਟ ਹੈ ਟੂ ਆਇਡੈਂਟੀਫਾਈ in your solution which one is acting as your solute and which one acting as your solvent। ठीक है, नेक्स्ट पॉइंट है अगर लिक्विड इन गैस है तो लिक्विड इन गैस का मतलब लिक्विड थोड़ा सल्यूट है एंड गैस की है थोड़ा सॉल्वेंट है। ठीक है, तो क्लोरोफॉर्म मिक्सड विद योर नाइट्रोजन गैस, ਤਾਂ ਤੁਹਾਨੂੰ ਪਤਾ ਹੈ क्लोरोफॉर्म ਥੋੜਾ ਲਿਕੁਇਡ ਫਾਰਮ ਚ ਹੁੰਦਾ ਹੈ ਨਾ ਜਨਰਲੀ, ਤਾਂ ਉਸ ਨੂੰ ਅਗਰ ਆਪਾਂ ਨਾਈਟ੍ਰੋਜਨ ਗੈਸ ਦੇ ਵਿੱਚ ਐਡ ਕਰਦੇ ਹਾਂ ਤਾਂ क्लोरोफॉर्म ਥੋੜਾ ਲਿਕੁਇਡ ਹੋ ਗਿਆ, ਨਾਈਟ੍ਰੋਜਨ ਗੈਸ ਥੋੜੀ ਗੈਸਿयस ਹੋ ਗਿਆ, ਤਾਂ ਓਵਰਆਲ ਜੋ ਤੁਹਾਨੂੰ ਸੋਲੂਸ਼ਨ ਮਿਲੇਗਾ ਉਹ ਇੱਕ ਗੈਸਿयस ਸੋਲੂਸ਼ਨ ਮਿਲੇਗਾ। ਨੈਕਸਟ ਆਂਦਾ ਹੈ ਸੋਲਿਡ ਇਨ ਗੈਸ। ਤਾਂ ਸੋਲਿਡ ਦੇ ਵਿੱਚ ਕੈਂਫਰ ਹੈ ਨਾ, ਕੈਂਫਰ ਨੈਪਥਲੀਨ ਬੋਲਸ ਜਾਂ ਕੈਂਫਰ ਕਪੂਰ ਜਿਹਨੂੰ ਆਪਾਂ ਬੋਲਦੇ ਹਾਂ ਨਾ, ਤਾਂ ਤੁਸੀਂ ਦੇਖਿਆ ਹੋਏਗਾ ਕਪੂਰ ਦੀ ਜੋ ਟਿੱਕੀ ਹੈ ਇਵੈਪੋਰੇਟ ਹੋ ਜਾਂਦੀ ਹੈ ਨਾ, ਕਿ ਵੋਲਾਟਾਈਲ ਹੁੰਦੀ ਹੈ ਨੇਚਰ ਦੇ ਵਿੱਚ ਹੈ ਨਾ। ਉਹ ਕਿਹਦਾ, ਕਿਉਂਕਿ ਵੋਲਾਟਾਈਲ ਹੋਣ ਦਾ ਨੇਚਰ ਦਾ ਮਤਲਬ ਕੀ ਹੈ ਕਿ ਇਹਨਾਂ ਦਾ ਜੋ ਬੋਇਲਿੰਗ ਪੁਆਇੰਟ ਹੁੰਦਾ ਹੈ ਬਹੁਤ ਹੀ ਜ਼ਿਆਦਾ ਘੱਟ ਹੁੰਦਾ ਹੈ ਤੇ ਇਹ ਈਜ਼ਲੀ ਸਬਲਾਈਮ ਹੋ ਜਾਂਦੇ ਨੇ ਤੁਹਾਡੇ ਐਟਮੋਸਫੇਅਰ ਦੇ ਵਿੱਚ ਐਟ ਰੂਮ ਟੈਂਪਰੇਚਰ। ਨੈਕਸਟ ਆਂਦਾ ਹੈ ਤੁਹਾਡਾ ਲਿਕੁਇਡ ਸੋਲੂਸ਼ਨ। ਇਹਦੇ ਵਿੱਚ ਤਿੰਨ ਤਰ੍ਹਾਂ ਦੇ ਨੇ, ਉਸੇ ਤਰ੍ਹਾਂ ਗੈਸ ਇਨ ਲਿਕੁਇਡ, ਗੈਸ ਇਨ ਲਿਕੁਇਡ ਮਤਲਬ ਆਕਸੀਜਨ ਇਨ ਵਾਟਰ। ਤਾਂ ਤੁਹਾਨੂੰ ਪਤਾ ਹੈ ਵਾਟਰ ਦੇ ਵਿੱਚ ਆਕਸੀਜਨ ਡਿਸੋਲਵ ਹੁੰਦੀ ਹੈ ਨਾ, ਸੋ ਦੈਟ ਇਜ਼ ਐਨ ਐਗਜ਼ਾਮਪਲ ਆਫ
ਲਿਕੁਇਡ ਸੋਲਿਊਸ਼ਨ। ਲਿਕੁਇਡ ਇਨ ਲਿਕੁਇਡ, ਅਗਰ ਮੰਨ ਲਓ ਇੱਕ ਲਿਕੁਇਡ ਦੇ ਵਿੱਚ ਦੂਸਰਾ ਲਿਕੁਇਡ ਐਡ ਕਰਤਾ ਨਾ, ਜਿਵੇਂ ਕਿ ਐਲਕੋਹਲਿਕ ਪਰਸਨ ਕਰਦੇ ਨੇ ਹਨਾ, ਇਥੇਨੋਲ ਦੇ ਵਿੱਚ ਆਪਣਾ ਸ਼ਰਾਬ ਦੇ ਵਿੱਚ ਨਾ ਜੋ ਲਿਕੁਇਡ ਦੇ ਵਿੱਚ ਆਪਾਂ ਵਾਟਰ ਐਡ ਕਰਦੇ ਨੇ, ਸੋ ਦੈਟ ਇਜ਼ ਲਿਕੁਇਡ ਇਨ ਲਿਕੁਇਡ। ਠੀਕ ਹੈ, ਉਸ ਨੂੰ ਆਪਾਂ ਬੋਲਦੇ ਹਾਂ ਲਿਕੁਇਡ ਸੋਲਿਊਸ਼ਨ। ਨੈਕਸਟ ਆਂਦਾ ਹੈ ਤੁਹਾਡਾ ਸੋਲਿਡ ਇਨ ਲਿਕੁਇਡ। ਸੋਲਿਡ ਇਨ ਲਿਕੁਇਡ, ਸੋਲਿਡ ਜਿੱਦਾਂ ਆਪਾਂ ਸਾਲਟ ਇਨ ਵਾਟਰ ਹੋ ਗਿਆ, ਸ਼ੂਗਰ ਇਨ ਵਾਟਰ ਹੋ ਗਿਆ, ਸੋ ਦੈਟ ਆਰ ਐਗਜ਼ਾਮਪਲ ਆਫ solid in liquid। ਨੈਕਸਟ ਆਂਦਾ ਹੈ ਤੁਹਾਡਾ solid solutions, ਇਹਦੇ ਵਿੱਚ ਕੀ ਆਂਦੇ ਨੇ ਗੈਸ ਇਨ solid। ਗੈਸ ਇਨ solid ਜਿੱਦਾਂ ਆਪਾਂ ਯੂਜ਼ ਕਰਦੇ ਹਾਂ, ਆਪਾਂ ਅੱਗੇ ਜਦੋਂ ਆਰਗੈਨਿਕ ਦੀਆਂ ਰਿਐਕਸ਼ਨਸ ਪੜਾਂਗੇ ਤਾਂ ਆਪਾਂ ਯੂਜ਼ ਕਰਾਂਗੇ ਹਾਈਡਰੋਜਨ ਇਨ ਪਲੈਟੀਨਮ। ਤਾਂ ਜੋ ਇੱਥੇ ਪਲੈਟੀਨਮ ਹੈ ਉਹ ਕਿੱਦਾਂ ਦਾ ਕੰਮ ਕਰਦਾ ਹੈ, ਐਜ਼ ਅ ਕੈਟਲਿਸਟ ਹੈ ਨਾ, ਇਹ ਆਪਣੀ ਸਰਫੇਸ ਪ੍ਰੋਵਾਈਡ ਕਰਦਾ ਹੈ, ਹਾਈਡਰੋਜਨ ਗੈਸ ਨੂੰ ਸਰਫੇਸ ਪ੍ਰੋਵਾਈਡ ਕਰਕੇ ਰਿਐਕਸ਼ਨ ਨੂੰ ਇੱਕ ਪਾਥਵੇ ਪ੍ਰੋਵਾਈਡ ਕਰਦਾ ਹੈ, ਤਾਂ ਕਿ ਜੋ ਤੁਹਾਡੀ ਰਿਐਕਸ਼ਨ ਹੈ ਉਹ ਪ੍ਰੋਸੀਡ ਹੋ ਸਕੇ। ਹਾਈਡਰੋਜਨ ਇੱਥੇ ਤੁਹਾਡੀ ਗੈਸ ਫਾਰਮ ਚ ਹੁੰਦੀ ਹੈ, ਤੇ ਪਲੈਟੀਨਮ ਤੁਹਾਡਾ ਮੈਟਲ ਹੈ, ਸੋਲਿਡ ਸਟੇਟ ਦੇ ਵਿੱਚ ਹੁੰਦਾ ਹੈ, ਐਕਟ ਕਰਦਾ ਹੈ ਇੱਥੇ ਕੈਟਲਿਸਟ ਦੀ ਤਰ੍ਹਾਂ। ਨੈਕਸਟ ਆਂਦਾ ਹੈ ਲਿਕੁਇਡ ਇਨ ਸੋਲਿਡ। ਲਿਕੁਇਡ ਇਨ ਸੋਲਿਡ ਦੇਖੋ ਤੁਹਾਨੂੰ ਪਤਾ ਹੈ ਮੈਟਲ ਦੇ ਵਿੱਚੋਂ ਸਿਰਫ ਇੱਕ ਮਰਕਰੀ ਹੀ ਇੱਕ ਤਰ੍ਹਾਂ ਦੀ ਮੈਟਲ ਹੈ ਜੋ ਲਿਕੁਇਡ ਫਾਰਮ ਚ ਐਗਜ਼ਿਸਟ ਕਰਦੀ ਹੈ। ਤਾਂ ਨਿਕਲ ਸੋਡੀਅਮ ਅਮਲਗਮ, ਅਮਲਗਮ ਦਾ ਮਤਲਬ ਕੀ ਹੁੰਦਾ ਹੈ, ਅਲੋਏ। ਅਲੋਏ ਦਾ ਮਤਲਬ ਕਿ ਦੋ, ਕੋਈ ਵੀ ਦੋ ਮੈਟਲ ਦਾ ਮਿਕਸਚਰ, ਹੋਮੋਜੀਨੀਅਸ ਮਿਕਸਚਰ ਹੈ ਨਾ। ਤਾਂ ਅਮਲਗਮ ਉਹਨਾਂ ਅਲੋਇਜ਼ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਵਿੱਚੋਂ ਇੱਕ ਮੈਟਲ ਤੁਹਾਡੀ ਕੀ ਹੋਵੇ, ਮਰਕਰੀ ਹੋਵੇ। ਤਾਂ ਜਦੋਂ ਵੀ ਤੁਸੀਂ ਵਰਡ ਅਮਲਗਮ ਸੁਣੋ ਤਾਂ ਤੁਹਾਡੇ ਮਾਈਂਡ ਦੇ ਵਿੱਚ ਆ ਜਾਣਾ ਚਾਹੀਦਾ ਹੈ ਅਮਲਗਮ ਦਾ ਮਤਲਬ ਉੱਥੇ ਮਰਕਰੀ ਦੀ ਗੱਲ ਹੋ ਰਹੀ ਹੈ, ਕਿਤੇ ਨਾ ਕਿਤੇ ਉੱਥੇ ਮਰਕਰੀ ਪ੍ਰੈਜ਼ੈਂਟ ਹੋਏਗੀ। ਤਾਂ ਜੋ ਤੁਹਾਡਾ ਸੋਡੀਅਮ ਐਂਡ ਮਰਕਰੀ ਹੈ ਇਹ ਕਿਸ ਤਰ੍ਹਾਂ ਦਾ ਐਕਟ ਕਰਦਾ ਹੈ, ਐਜ਼ ਯੂਅਰ ਰਿਡਿਊਸਿੰਗ ਏਜੰਟ। ਅੱਛਾ, ਰਿਡਿਊਸਿੰਗ ਏਜੰਟ ਕੀ ਹੁੰਦਾ ਹੈ, ਜੋ ਦੂਸਰੇ ਨੂੰ ਰਿਡਿਊਸ ਕਰੇ ਤੇ ਖੁਦ ਕੀ ਹੋਵੇ, ਆਕਸੀਡਾਈਜ਼। ਆਕਸੀਡਾਈਜ਼ ਦਾ ਮਤਲਬ ਕੀ ਹੁੰਦਾ ਹੈ, ਲਾਸ ਆਫ ਇਲੈਕਟ੍ਰੋਨ। ਹੁਣ ਦੇਖੋ ਇਹ ਕਿਵੇਂ ਲਾਸ ਕਰਦਾ ਹੈ, ਤੁਹਾਨੂੰ ਪਤਾ ਹੈ ਮੈਟਲ ਦੀਆਂ ਪ੍ਰੋਪਰਟੀਜ਼ ਕੀ ਹੁੰਦੀ ਹੈ ਕਿ ਉਹ ਆਪਣੇ ਇਲੈਕਟ੍ਰੋਨ ਨੂੰ ਕੀ ਕਰ ਸਕਦੀਆਂ ਨੇ, ਲਾਸ ਕਰ ਸਕਦੀਆਂ ਨੇ। ਸੋ ਦੈਟ ਇਜ਼ ਵਾਈ ਇਟ ਇਜ਼ ਐਕਟਿੰਗ ਐਜ਼ ਯੂਅਰ ਰਿਡਿਊਸਿੰਗ ਏਜੰਟ। ਦੇਖੋ ਅਗਰ ਤੁਸੀਂ ਏਦਾਂ ਬਰੀਕੀ ਨਾਲ ਪੜੋਗੇ ਤਾਂ ਕਦੇ ਵੀ ਜੋ ਤੁਹਾਨੂੰ ਫੋਬੀਆ ਹੁੰਦਾ ਹੈ ਰੀਜੈਂਟ ਦਾ, ਇਸ ਪਾਰਟਿਕੂਲਰ ਰੀਜਨ ਦਾ ਕੰਮ ਕੀ ਹੈ, ਇਹ ਰਿਡਿਊਸਿੰਗ ਹੈ, ਆਕਸੀਡਾਈਜ਼ਿੰਗ ਹੈ, ਆਪਾਂ ਨੂੰ ਕਿੱਦਾਂ ਪਤਾ ਚੱਲੇਗਾ, ਹੈ ਨਾ। ਤਾਂ ਉਹਨਾਂ ਨੂੰ ਪ੍ਰੋਪਰਟੀਜ਼ ਨੂੰ ਦੇਖ ਕੇ ਹੀ ਆਪਾਂ ਦੱਸ ਸਕਦੇ ਹਾਂ ਕਿ ਜੋ ਤੁਹਾਡਾ ਗਿਵਨ ਜੋ ਤੁਹਾਡੇ ਕੋਲ ਰੀਜੈਂਟ ਹੈ ਦੈਟ ਇਜ਼ ਯੂਰ ਆਕਸੀਡਾਈਜ਼ਿੰਗ ਔਰ ਰਿਡਿਊਸਿੰਗ। ਤਾਂ ਇੱਥੇ ਮੈਨੂੰ ਦੇਖੋ ਸੋਡੀਅਮ ਮੈਟਲ ਦਿਖਿਆ, ਮੈਟਲ ਦੀ ਪ੍ਰੋਪਰਟੀ ਕੀ ਹੁੰਦੀ ਹੈ, ਦੈਟ ਕੈਨ ਈਜ਼ੀਲੀ ਲੂਜ਼ ਇਟਸ ਇਲੈਕਟ੍ਰੋਨ, ਮਤਲਬ ਇਹ ਇਲੈਕਟ੍ਰੋਨ ਨੂੰ ਲੋਸ ਕਰ ਸਕਦੇ ਨੇ, ਮਤਲਬ ਇਹਨਾਂ ਦੀ ਆਕਸੀਡੇਸ਼ਨ ਹੋ ਰਹੀ ਹੈ, ਤੇ ਜਿਨ੍ਹਾਂ ਦੀ ਆਕਸੀਡੇਸ਼ਨ ਹੁੰਦੀ ਹੈ that will behave as your reducing agent। next point है solid in solid, जैसे copper dissolved in gold, so that is an example of your solid solution। देखो ਇਸ ਤੋਂ ਬਾਅਦ ਦੇਖੋ ਸੋਲੂਸ਼ਨ ਦੀ ਗੱਲ ਕਰ ਰਹੇ ਹਾਂ ਤਾਂ ਓਬਵੀਅਸ ਹੈ ਇੱਥੇ ਆਪਣੇ ਕੰਸੰਟ੍ਰੇਸ਼ਨ ਟਰਮਸ ਆਣਗੀਆਂ, ਤੇ ਮੈਂ ਤੁਹਾਨੂੰ ਹਰ ਇੱਕ ਕੰਸੰਟ੍ਰੇਸ਼ਨ ਟਰਮ ਬੜੀ ਹੀ ਬਰੀਕੀ ਦੇ ਨਾਲ ਤੁਹਾਡੇ ਫਸਟ ਚੈਪਟਰ ਦੇ ਵਿੱਚ ਸਮਝਾਈ ਹੋਈ ਹੈ ਨਾ। ਆਪਾਂ ਜਸਟ ਆ ਕੁਇਕ ਰੀਕੈਪ ਕਰਾਂਗੇ ਜਲਦੀ ਜਲਦੀ। ਮਾਸ ਪਰਸੈਂਟੇਜ, ਦੇਖੋ ਮਾਸ ਪਰਸੈਂਟੇਜ ਦਾ ਮਤਲਬ ਕੀ ਹੁੰਦਾ ਹੈ ਕਿ ਤੁਹਾਡੇ 100 ml ਸੋਲੂਸ਼ਨ ਦੇ ਵਿੱਚ 100 ml ਸੌਰੀ 100 ਗ੍ਰਾਮ ਦੇ ਵਿੱਚ ਸੌਰੀ ਹੈ ਨਾ, ਕਿਉਂਕਿ ਮਾਸ ਲੈ ਰਹੇ ਹੋ ਤਾਂ ਗ੍ਰਾਮ ਆਏਗਾ। 100 ਗ੍ਰਾਮ ਸੋਲੂਸ਼ਨ ਦੇ ਵਿੱਚ ਨੰਬਰ ਅਮਾਉਂਟ ਆਫ ਸੋਲਿਊਟ ਕਿੰਨਾ ਪ੍ਰੈਜ਼ੈਂਟ ਹੈ, ਮਤਲਬ ਕਿੰਨੇ ਗ੍ਰਾਮ ਤੁਹਾਡਾ ਸੋਲਿਊਟ ਪ੍ਰੈਜ਼ੈਂਟ ਹੈ, ਉਸ ਨੂੰ ਆਪਾਂ ਬੋਲਦੇ ਹਾਂ ਮਾਸ ਪਰਸੈਂਟੇਜ। ਕਦੇ ਵੀ ਅਗਰ ਤੁਹਾਡੀ ਪਰਸੈਂਟੇਜ ਚ ਗੱਲ ਹੋ ਰਹੀ ਹੈ ਨਾ ਦੈਟ ਮੀਨਸ ਦੇ ਆਰ ਟਾਕਿੰਗ ਇਨ ਟਰਮਸ ਆਫ 100, ਤਾਂ 100 ਵਿੱਚ ਪੁੱਛ ਰਹੇ ਨੇ, ਤਾਂ 100 ਗ੍ਰਾਮ ਸੋਲੂਸ਼ਨ ਦੇ ਵਿੱਚ ਤੁਹਾਡੇ ਕਿੰਨਾ ਗ੍ਰਾਮ ਤੁਹਾਡਾ ਸੋਲਿਊਟ ਹੈ, ਦੈਟ ਇਜ਼ ਯੂਅਰ ਮਾਸ ਪਰਸੈਂਟੇਜ। ਨੈਕਸਟ ਆਉਂਦੀ ਹੈ ਤੁਹਾਡੀ ਮੋਲੈਰਿਟੀ। ਮੋਲੈਰਿਟੀ ਦਾ ਮਤਲਬ ਕੀ ਹੁੰਦਾ ਹੈ, 1000 ml ਸੋਲੂਸ਼ਨ ਦੇ ਵਿੱਚ 1000 ml ਸੋਲੂਸ਼ਨ ਦੇ ਵਿੱਚ ਨੰਬਰ ਆਫ ਮੋਲਸ ਆਫ ਸੋਲਿਊਟ, ਕਿ ਤੁਹਾਡੇ ਸੋਲਿਊਟ ਦੇ ਕਿੰਨੇ ਮੋਲਸ ਪ੍ਰੈਜ਼ੈਂਟ ਨੇ 1000 ml ਸੋਲੂਸ਼ਨ ਦੇ ਵਿੱਚ। ਇਹਦੀ ਜੋ ਯੂਨਿਟ ਹੁੰਦੀ ਹੈ ਦੈਟ ਇਜ਼ ਮੋਲ ਪਰ ਲੀਟਰ। ਦੂਸਰਾ ਇੰਪੋਰਟੈਂਟ ਪੁਆਇੰਟ ਕੀ ਸੀ, ਕਿਉਂਕਿ ਇੱਥੇ ਤੁਹਾਡਾ ਵੋਲਿਊਮ ਯੂਜ਼ ਹੋ ਰਿਹਾ ਹੈ ਤੇ ਵੋਲਿਊਮ ਟੈਂਪਰੇਚਰ ਦੇ ਨਾਲ ਇਫੈਕਟ ਹੁੰਦਾ ਹੈ, ਤਾਂ ਕਰਕੇ ਜੋ ਤੁਹਾਡੀ ਮੋਲੈਰਿਟੀ ਹੈ ਉਹ ਟੈਂਪਰੇਚਰ ਦੇ ਨਾਲ ਚੇਂਜ ਹੁੰਦੀ ਹੈ। ਓਕੇ, ਇੰਪੋਰਟੈਂਟ ਪੁਆਇੰਟ ਸੀ। ਨੈਕਸਟ ਹੈ ਤੁਹਾਡੀ ਮੋਲੈਲਿਟੀ। ਮੋਲੈਲਿਟੀ ਨੂੰ ਆਪਾਂ ਸਮਾਲ m ਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ, ਐਂਡ ਇਹਦਾ ਮਤਲਬ ਕੀ ਹੁੰਦਾ ਹੈ ਤੁਹਾਡਾ 1 kg ਸੋਲਵੈਂਟ, ਧਿਆਨ ਰੱਖਣਾ 1 kg ਸੋਲਵੈਂਟ ਦੇ ਵਿੱਚ ਨੰਬਰ ਆਫ ਮੋਲਸ ਆਫ ਸੋਲਿਊਟ, ਨੰਬਰ ਆਫ ਮੋਲਸ ਆਫ ਸੋਲਿਊਟ।
ਕਿ ਸੋਲਿਊਟ ਦੇ ਕਿੰਨੇ ਮੋਲਸ ਪ੍ਰੈਜ਼ੈਂਟ ਨੇ ਤੁਹਾਡੇ 1 kg ਸੋਲਵੈਂਟ ਦੇ ਅੰਦਰ, ਕਿਉਂਕਿ ਦੇਖੋ ਇੱਥੇ ਤੁਹਾਡਾ ਮਾਸ ਇਨਕਲੂਡ ਹੋ ਰਿਹਾ ਹੈ, ਤਾਂ ਜੋ ਤੁਹਾਡੀ ਮੋਲੈਲਿਟੀ ਹੈ ਉਹ ਟੈਂਪਰੇਚਰ ਦੀ ਕੀ ਹੁੰਦੀ ਹੈ, ਇੰਡੀਪੈਂਡੈਂਟ ਹੁੰਦੀ ਹੈ, ਕਿਉਂਕਿ ਟੈਂਪਰੇਚਰ ਦੇ ਨਾਲ ਮਾਸ ਦੇ ਵਿੱਚ ਕੋਈ ਫਰਕ ਨਹੀਂ ਆਉਂਦਾ। ਤਾਂ ਅਗਰ ਤੁਹਾਨੂੰ ਬੈਟਰ ਆਪਸ਼ਨ ਉੱਥੇ ਪੁੱਛੀ ਜਾਂਦੀ ਹੈ ਤਾਂ ਆਪਾਂ ਕੰਸੰਟ੍ਰੇਸ਼ਨ ਕਿਸ ਟਰਮ ਦੇ ਵਿੱਚ ਐਕਸਪ੍ਰੈਸ ਕਰਨਾ ਅੱਛਾ ਪ੍ਰੈਫਰ ਕਰਾਂਗੇ, ਮੋਲੈਲਿਟੀ ਸਮਾਲ m ਦੇ ਵਿੱਚ, ਕਿਉਂਕਿ ਉਸ ਵਿੱਚ ਟੈਂਪਰੇਚਰ ਦੇ ਨਾਲ ਕੋਈ ਵੀ ਚੇਂजेस ਨਹੀਂ ਆ। ਨੈਕਸਟ ਹੈ ਤੁਹਾਡਾ ਮੋਲ ਫ੍ਰੈਕਸ਼ਨ। ਫ੍ਰੈਕਸ਼ਨ ਜਦੋਂ ਵੀ ਪੁੱਛਿਆ ਜਾਂਦਾ ਹੈ ਵਿਦ ਰਿਸਪੈਕਟ ਟੂ 1, ਵਿਦ ਰਿਸਪੈਕਟ ਟੂ 1, ਤਾਂ ਅਗਰ ਮੰਨ ਲਓ ਤੁਹਾਡੇ ਕੋਲ ਦੋ ਕੰਪੋਨੈਂਟ ਨੇ x1 ਤੇ ਇੱਕ ਤੁਹਾਡਾ ਕੰਪੋਨੈਂਟ ਹੈ, ਮੰਨ ਲਓ ਇੱਕ A ਹੈ ਇੱਕ ਤੁਹਾਡਾ B ਹੈ, ਤਾਂ ਅਗਰ ਤੁਸੀਂ A ਦੇ ਮੋਲ ਫ੍ਰੈਕਸ਼ਨ ਕੱਢਣੇ ਨੇ ਤਾਂ ਕਾਹਦੇ ਇਕੁਅਲ ਹੋਣਗੇ, ਨੰਬਰ ਆਫ ਮੋਲਸ ਆਫ A ਡਿਵਾਈਡਡ ਬਾਈ ਟੋਟਲ ਮੋਲਸ। ਸਿਮਿਲਰਲੀ ਅਗਰ B ਦੇ ਕੈਲਕੂਲੇਟ ਕਰਨੇ ਨੇ ਤਾਂ B ਦੇ ਮੋਲਸ ਉੱਪਰ ਰੱਖ ਦੋ ਡਿਵਾਈਡਡ ਬਾਈ ਟੋਟਲ ਮੋਲਸ ਆਫ ਸੋਲਿਊਸ਼ਨ N1 N2। ਅਗਰ ਤੁਸੀਂ ਮੋਲਸ ਦੀ ਟਰਮ ਚ ਗੱਲ ਕਰ ਰਹੇ ਹੋ, ਅਗਰ ਤੁਸੀਂ ਗੈਸਿਸ ਕੰਸੀਡਰ ਕੀਤੀਆਂ ਹੋਈਆਂ ਨੇ ਤਾਂ ਉੱਥੇ ਤੁਸੀਂ ਪ੍ਰੈਸ਼ਰ ਨੂੰ ਕੰਸੀਡਰ ਕਰ ਸਕਦੇ ਹੋ, ਜਿਸ ਦਾ ਵੀ ਮੋਲ ਫ੍ਰੈਕਸ਼ਨ ਕੱਢਣਾ ਹੈ ਉਹਦਾ ਫ੍ਰੈਕਸ਼ਨ ਪਾਰਸ਼ੀਅਲ ਪ੍ਰੈਸ਼ਰ ਉੱਪਰ ਰੱਖ ਦੋ ਡਿਵਾਈਡਡ ਬਾਈ ਟੋਟਲ ਪ੍ਰੈਸ਼ਰ। ਨੈਕਸਟ ਪੁਆਇੰਟ ਵੋਲਿਊਮ ਪਰਸੈਂਟੇਜ। ਤਾਂ ਵੋਲਿਊਮ ਪਰਸੈਂਟੇਜ ਮਤਲਬ ml ਦੀ ਗੱਲ ਕਰਾਂਗੇ ਹੈ ਨਾ, ਤਾਂ ਪਰਸੈਂਟੇਜ ਦੈਟ ਮੀਨਸ 100 ਦੀ ਗੱਲ ਕਰ ਰਹੇ ਹਾਂ ਹੈ ਨਾ। ਤਾਂ ਤੁਸੀਂ ਇੱਥੇ ਕੀ ਕੰਸੀਡਰ ਕਰੋਗੇ, ਵੋਲਿਊਮ ਪਰਸੈਂਟੇਜ ਦਾ ਮਤਲਬ ਕੀ ਹੁੰਦਾ ਹੈ ਕਿ ਤੁਹਾਡਾ ਜੋ 100 ml ਦੇ ਵਿੱਚ, ਤੁਹਾਡਾ ਵੋਲਿਊਮ ਪਰਸੈਂਟੇਜ ਦਾ ਮਤਲਬ ਹੈ 100 ml ਸੋਲਿਊਸ਼ਨ ਦੇ ਵਿੱਚ, 100 ml ਸੋਲਿਊਸ਼ਨ ਦੇ ਵਿੱਚ ml ਆਫ ਸੋਲਿਊਟ, ਕਿ ਸੋਲਿਊਟ ਕਿੰਨਾ ml ਪ੍ਰੈਜ਼ੈਂਟ ਹੈ ਉਸ ਨੂੰ ਤੁਸੀਂ ਬੋਲਦੇ ਹੋ ਵੋਲਿਊਮ ਪਰਸੈਂਟੇਜ। ਨੈਕਸਟ ਆਉਂਦਾ ਹੈ ਤੁਹਾਡਾ ਮਾਸ ਬਾਈ ਵੋਲਿਊਮ। ਮਾਸ ਬਾਈ ਵੋਲਿਊਮ ਮਤਲਬ ਹੁਣ ਤੁਹਾਡਾ 100 ml ਸੋਲਿਊਸ਼ਨ ਦੇ ਵਿੱਚ amount of ਸੋਲਿਊਟ ਪ੍ਰੈਜ਼ੈਂਟ, ਕਿ ਤੁਹਾਡਾ ਜੋ ਸੋਲਿਊਟ ਹੈ ਉਹ ਕਿੰਨਾ ਪ੍ਰੈਜ਼ੈਂਟ ਹੈ ਤੁਹਾਡੇ 100 ml ਸੋਲਿਊਸ਼ਨ ਦੇ ਵਿੱਚ, ਉਹਨੂੰ ਆਪਾਂ ਬੋਲਦੇ ਹਾਂ ਮਾਸ ਬਾਈ ਵੋਲਿਊਮ ਪਰਸੈਂਟ, ਠੀਕ ਹੈ। ਨੈਕਸਟ ਆਉਂਦਾ ਹੈ ਮਾਸ ਫ੍ਰੈਕਸ਼ਨ। ਸਿਮਿਲਰਲੀ ਦੇਖੋ ਮਾਸ ਫ੍ਰੈਕਸ਼ਨ ਦਾ ਮਤਲਬ ਕੀ ਹੋ ਗਿਆ, ਜਿਸ ਦਾ ਮਾਸ ਤੁਹਾਨੂੰ ਚਾਹੀਦਾ ਹੈ ਉਸ ਦਾ ਮਾਸ ਉੱਪਰ ਡਿਵਾਈਡਡ ਬਾਈ ਜੋ ਵੀ ਤੁਹਾਡੇ ਸਬਸਟੈਂਸ ਨੇ ਉਹਨਾਂ ਦਾ ਟੋਟਲ weight ਕੀ ਆਏਗਾ ਨੀਚੇ, ਉਹ ਤੁਹਾਡੀ ਕੀ ਹੋਗੀ ਮਾਸ ਫ੍ਰੈਕਸ਼ਨ। ਨੈਕਸਟ ਆਉਂਦੀ ਹੈ ਸਟਰੈਂਥ। ਸਟਰੈਂਥ ਨੂੰ ਤੁਸੀਂ ਆਲਵੇਜ਼ ਗ੍ਰਾਮ ਪਰ ਲੀਟਰ ਦੇ ਵਿੱਚ ਕੈਲਕੂਲੇਟ ਕਰਦੇ ਹੋ, ਸਟਰੈਂਥ ਨੂੰ ਤੁਸੀਂ ਆਲਵੇਜ਼ ਗ੍ਰਾਮ ਪਰ ਲੀਟਰ ਦੇ ਵਿੱਚ ਕੀ ਕਰਦੇ ਹੋ, ਕੈਲਕੂਲੇਟ ਕਰਦੇ ਹੋ, ਮਤਲਬ ਉੱਪਰ ਤੁਸੀਂ weight ਰੱਖੋਗੇ ਤੇ ਨੀਚੇ ਕੀ ਰੱਖੋਗੇ ਤੁਸੀਂ ਆਪਣਾ ਵੋਲਿਊਮ, ਠੀਕ ਹੈ, ਵੋਲਿਊਮ ਕਿੰਨਾ ਲਿਖਤਾ ਹੈ। ਨੈਕਸਟ ਆਉਂਦਾ ਹੈ ਤੁਹਾਡਾ ਪਾਰਟਸ ਪਰ ਮਿਲੀਅਨ। ਸ਼ਾਇਦ ਤੁਹਾਨੂੰ ਮੈਂ ਦੱਸਿਆ ਹੋਵੇਗਾ ਪਹਿਲਾਂ ਵੀ ਕਿ 1 ਪਾਰਟਸ ਪਰ ਮਿਲੀਅਨ ਕਾਹਦੇ ਇਕੁਅਲ ਹੁੰਦਾ ਹੈ, 1 mg/kg, ਔਰ ਜਾਂ ਤੁਸੀਂ ਇਹਨੂੰ ਕਿੱਦਾਂ ਲਿਖ ਸਕਦੇ ਹੋ 1 mg/ਲੀਟਰ। ਤਾਂ ਇਹ ਪੁਆਇੰਟ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ, ਠੀਕ ਹੈ, ਇਹ ਕੰਸੰਟ੍ਰੇਸ਼ਨ ਟਰਮਸ ਨੇ, ਕਿਉਂਕਿ ਸੋਲਿਊਸ਼ਨ ਪੜ੍ਹ ਰਹੇ ਹੋ ਤਾਂ ਸੋਲਿਊਸ਼ਨ ਦੇ ਲਈ ਕਿੰਨਾ ਸੋਲਿਊਟ ਕਿਸੇ ਸੋਲਵੈਂਟ ਦੇ ਵਿੱਚ ਐਡ ਕਰ ਰਹੇ ਹੋ ਤਾਂ ਉਹਨਾਂ ਦੇ ਲਈ ਤੁਹਾਨੂੰ ਕੰਸੰਟ੍ਰੇਸ਼ਨ ਟਰਮਸ ਦਾ ਆਣਾ ਬਹੁਤ ਹੀ ਜ਼ਿਆਦਾ ਕੀ ਹੈ, ਜ਼ਰੂਰੀ ਹੈ। ਤਾਂ ਇੱਕ ਵਾਰੀ ਦੁਬਾਰਾ ਤੋਂ ਗੋ ਥਰੂ ਹੋ ਜਿਓ ਤੁਸੀਂ ਪਹਿਲੇ ਚੈਪਟਰ ਤੋਂ ਸਮ ਬੇਸਿਕ ਕਨਸੈਪਟ ਆਫ ਕੈਮਿਸਟਰੀ, ਜਿੱਥੇ ਆਪਾਂ ਬੜਾ ਹੀ ਬਰੀਕੀ ਦੇ ਨਾਲ ਡੀਪਲੀ ਹਰ ਇੱਕ ਕਨਸੈਪਟ ਨੂੰ, ਹਰ ਇੱਕ ਕੰਸੰਟ੍ਰੇਸ਼ਨ ਟਰਮ ਨੂੰ ਉੱਥੇ ਆਪਾਂ ਸਿੱਖਿਆ ਹੋਇਆ ਹੈ। ਨੈਕਸਟ ਆਉਂਦੀ ਹੈ ਦੇਖੋ ਤੁਹਾਡੀ ਟਰਮ ਸੋਲੂਬਿਲਿਟੀ। ਸੋਲੂਬਿਲਿਟੀ ਦੇਖੋ ਵਰਡ ਹੀ ਤੁਹਾਨੂੰ ਡਿਫਾਈਨ ਕਰ ਰਿਹਾ ਹੈ, ਸੋਲੂਬਲਾਈ ਮਤਲਬ ਕਿ ਕੋਈ ਚੀਜ਼ ਕਿਸੇ ਚੀਜ਼ ਦੇ ਵਿੱਚ ਕਿੰਨਾ ਘੁਲ ਰਹੀ ਹੈ ਨਾ। ਤਾਂ ਤੁਸੀਂ ਦੇਖਿਆ ਹੋਏਗਾ ਮਤਲਬ ਆਪਣੇ ਨੋਰਮਲ ਹੈ ਨਾ ਲਾਈਫ ਦੇ ਵਿੱਚ ਕਿ ਅਗਰ ਤੁਸੀਂ ਇੱਕ ਫਿਕਸਡ ਕੁਆਂਟੀਟੀ ਲੈ ਲੈਂਦੇ ਹੋ ਸੋਲਵੈਂਟ ਦੀ ਹੈ ਨਾ, ਤਾਂ ਉਹਦੇ ਵਿੱਚ ਤੁਸੀਂ ਇੱਕ ਫਿਕਸਡ ਅਮਾਉਂਟ ਆਫ ਸੋਲਿਊਟ ਹੀ ਡਿਸੋਲਵ ਕਰ ਪਾਓਗੇ। ਅਗਰ ਤੁਸੀਂ ਸੋਲਿਊਟ ਦੀ ਜੋ ਅਮਾਉਂਟ ਹੈ ਉਹ ਜ਼ਿਆਦਾ ਹੀ ਐਕਸੈਸ ਕਰਤੀ ਤਾਂ ਉਹ ਉਸ ਤੁਹਾਡੇ ਪਾਰਟਿਕੂਲਰ ਅਮਾਉਂਟ ਆਫ ਸੋਲਵੈਂਟ ਦੇ ਵਿੱਚ ਡਿਸੋਲਵ ਨਹੀਂ ਹੋਏਗੀ। ਤਾਂ ਸੋਲੂਬਿਲਿਟੀ ਨੂੰ ਫਿਰ ਆਪਾਂ ਕਿੱਦਾਂ ਡਿਫਾਈਨ ਕਰਦੇ ਹਾਂ ਕੈਮਿਸਟਰੀ ਦੇ ਵਿੱਚ ਕਿ ਮੈਕਸਿਮਮ, ਕਿ ਵੱਧ ਤੋਂ ਵੱਧ ਤੁਸੀਂ ਕਿੰਨਾ ਅਮਾਉਂਟ ਕਿਸੇ ਵੀ ਸਬਸਟੈਂਸ ਦਾ ਇੱਕ ਸਪੈਸੀਫਾਈਡ ਅਮਾਉਂਟ ਆਫ ਸੋਲਵੈਂਟ ਦੇ ਵਿੱਚ ਡਿਸੋਲਵ ਕਰ ਸਕਦੇ ਹੋ, ਉਸ ਨੂੰ ਆਪਾਂ ਬੋਲਦੇ ਹਾਂ ਸੋਲੂਬਿਲਿਟੀ। ਸੋਲੂਬਿਲਿਟੀ ਮਤਲਬ ਕਿ ਇੱਕ ਪਾਰਟਿਕੂਲਰ ਸੋਲਿਊਟ ਦੀ ਮੈਕਸਿਮਮ ਅਮਾਉਂਟ, ਕਿ ਤੁਸੀਂ ਉਸ ਨੂੰ ਕਿੰਨਾ ਡਿਸੋਲਵ ਕਰ ਸਕਦੇ ਹੋ ਇੱਕ ਸਪੈਸੀਫਾਈਡ ਅਮਾਉਂਟ ਆਫ ਸੋਲਵੈਂਟ ਦੇ ਵਿੱਚ। ਤੇ ਅਗਰ ਤੁਸੀਂ ਉਸ ਤੋਂ ਜ਼ਿਆਦਾ ਲੈ ਲੈਂਦੇ ਹੋ, ਅਗਰ ਅਮਾਉਂਟ ਆਫ ਜੋ ਤੁਹਾਡਾ ਸੋਲਿਊਟ ਹੈ ਮੈਕਸਿਮਮ ਅਮਾਉਂਟ ਤੋਂ ਅਗਰ ਤੁਹਾਡਾ ਸੋਲਿਊਟ ਜ਼ਿਆਦਾ ਹੋ ਜੇ, ਠੀਕ ਹੈ, ਤਾਂ ਉਹ ਤੁਹਾਡੇ ਸੋਲਿਊਸ਼ਨ ਦੇ ਵਿੱਚ ਡਿਸੋਲਵ ਨਹੀਂ ਹੋਏਗਾ,
ਤੁਹਾਡੇ ਸੋਲਵੈਂਟ ਦੇ ਵਿੱਚ ਡਿਜ਼ੋਲਵ ਨਹੀਂ ਹੋਏਗਾ ਤਾਂ ਉਸ ਚੀਜ਼ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਸੈਚੂਰੇਟਡ ਸੋਲਿਊਸ਼ਨ। ਸੈਚੂਰੇਟਡ ਸੋਲਿਊਸ਼ਨ ਦਾ ਮਤਲਬ ਉਹ ਵਾਲਾ ਸੋਲਿਊਸ਼ਨ ਜਿਸ ਵਿੱਚ ਤੁਹਾਡਾ ਹੋਰ ਜ਼ਿਆਦਾ ਸੋਲਿਊਟ ਉਹ ਡਿਜ਼ੋਲਵ ਨਹੀਂ ਹੋ ਰਿਹਾ ਤੁਹਾਡੇ ਸੋਲਵੈਂਟ ਦੇ ਵਿੱਚ, ਤਾਂ ਉਸ ਕੰਡੀਸ਼ਨ ਨੂੰ ਆਪਾਂ ਬੋਲ ਦਿੰਦੇ ਹਾਂ ਸੈਚੂਰੇਟਡ ਸੋਲਿਊਸ਼ਨ। ਤੇ ਅਨਸੈਚੂਰੇਟਡ ਦਾ ਮਤਲਬ ਉਹ ਵਾਲਾ ਸੋਲਿਊਸ਼ਨ ਜਿਹਦੇ ਵਿੱਚ ਤੁਹਾਡਾ ਜੋ ਸੋਲਿਊਟ ਹੈ ਉਹ ਤੁਹਾਡਾ ਡਿਜ਼ੋਲਵ ਹੋ ਰਿਹਾ ਹੁੰਦਾ ਹੈ ਤੁਹਾਡੇ ਸੋਲਵੈਂਟ ਦੇ ਵਿੱਚ, ਉਸ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਅਨਸੈਚੂਰੇਟਡ ਸੋਲਿਊਸ਼ਨ। ਅਤੇ ਦੇਖੋ ਜਿਵੇਂ ਐਗਜ਼ਾਮਪਲ ਦੇ ਕੇ ਦਿੱਤਾ ਹੋਇਆ ਹੈ ਕਿ ਮੰਨ ਲਓ ਤੁਹਾਡਾ 30 ਗ੍ਰਾਮ ਹੈ NaCl, ਉਹਨੂੰ 100 ml ਪਾਣੀ ਦੇ ਵਿੱਚ ਪਾ ਰਹੇ ਹੋ ਵਾਟਰ ਦੇ ਵਿੱਚ, ਤਾਂ ਉਹ ਈਜ਼ੀਲੀ ਡਿਜ਼ੋਲਵ ਹੋ ਰਿਹਾ ਹੈ, ਤਾਂ ਕਰਕੇ ਇਹਨੂੰ ਆਪਾਂ ਲਿਖ ਰਹੇ ਹਾਂ ਅਨਸੈਚੂਰੇਟਡ ਸੋਲਿਊਸ਼ਨ। ਬਟ ਅਗਰ ਆਪਾਂ ਜੋ ਤੁਹਾਡੇ ਸੋਲਿਊਟ ਦੀ ਕੁਆਂਟੀਟੀ ਇਨਕਰੀਜ਼ ਕਰਤੀ 30 to 40, ਤਾਂ ਦੇਖੋ ਤੁਸੀਂ ਦੇਖ ਪਾ ਰਹੇ ਹੋਵੋਗੇ ਕਿ ਇੱਥੇ ਉਹ ਕੁਆਂਟੀਟੀ ਦਾ ਕੁਝ ਹਿੱਸਾ ਜੋ ਤੁਹਾਡਾ ਸੋਲਿਊਟ ਦਾ ਹੈ ਉਹ ਡਿਜ਼ੋਲਵ ਨਹੀਂ ਹੋ ਰਿਹਾ। ਤਾਂ ਇਸ ਤਰ੍ਹਾਂ ਦੇ ਸੋਲਿਊਸ਼ਨ ਨੂੰ ਜਿੱਥੇ ਆਪਾਂ ਇਹ ਪੁਆਇੰਟ ਕਵਾਂਗੇ ਕਿ ਤੁਹਾਡਾ ਜੋ ਨੋ ਮੋਰ ਸੋਲਿਊਟ ਐਕਸਟਰਾ ਜੋ ਵੀ ਤੁਸੀਂ ਐਡ ਕੀਤਾ ਹੈ ਉਹ ਤੁਹਾਡਾ ਸੋਲਵੈਂਟ ਦੇ ਵਿੱਚ ਡਿਜ਼ੋਲਵ ਨਹੀਂ ਹੋ ਰਿਹਾ, ਉਹ ਐਜ਼ ਇਟ ਇਜ਼ ਤੁਹਾਡੇ ਸੋਲਿਊਸ਼ਨ ਦੇ ਵਿੱਚ ਪਿਆ ਹੈ, ਤਾਂ ਉਸ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਸੈਚੂਰੇਟਡ ਸੋਲਿਊਸ਼ਨ। ਜਿਵੇਂ ਦੇਖੋ ਔਨ ਐਨ ਐਵਰੇਜ ਫॉर ਐਨ NaCl ਦੀ ਐਗਜ਼ਾਮਪਲ ਹੈ ਕਿ NaCl ਤੁਹਾਡੇ 100 ml ਦੇ ਵਿੱਚ ਮੈਕਸਿਮਮ 36 ਗ੍ਰਾਮ NaCl ਹੀ ਡਿਜ਼ੋਲਵ ਕਰ ਸਕਦਾ ਹੈ ਇੱਕ ਸਪੈਸੀਫਾਈਡ ਟੈਂਪਰੇਚਰ ਤੇ, ਹੈ ਨਾ। ਪਰ ਆਪਾਂ ਕਿੰਨਾ ਪਾਤਾ 40 ਗ੍ਰਾਮ, ਮਤਲਬ ਕਿੰਨਾ ਐਕਸਟਰਾ ਪਾਇਆ ਹੋਇਆ ਤੁਹਾਡਾ 4 ਗ੍ਰਾਮ। ਤਾਂ ਜਿਹੜਾ ਉਹ 4 ਗ੍ਰਾਮ ਐਕਸਟਰਾ ਹੈ ਉਹ ਤੁਹਾਡੇ ਸੋਲਿਊਸ਼ਨ ਦੇ ਵਿੱਚ ਐਜ਼ ਇਟ ਇਜ਼ ਪਿਆ ਰਹੇਗਾ, ਉਹ ਡਿਜ਼ੋਲਵ ਨਹੀਂ ਹੋਏਗਾ। ਤਾਂ ਇਸ ਤਰ੍ਹਾਂ ਦੇ ਸੋਲਿਊਸ਼ਨ ਨੂੰ ਆਪਾਂ ਬੋਲਦੇ ਹਾਂ ਸੈਚੂਰੇਟਡ ਸੋਲਿਊਸ਼ਨ। ਹੁਣ ਕਿਹੜੇ ਕਿਹੜੇ ਫੈਕਟਰਸ ਜੇ ਹੈ ਜੋ ਤੁਹਾਡੀ ਮੇਨਲੀ ਅਫੈਕਟ ਕਰਦੇ ਨੇ ਤੁਹਾਡੀ ਸੋਲੂਬਿਲਿਟੀ ਨੂੰ ਕਿਸੇ ਵੀ ਸੋਲਿਡ ਦੀ ਇਨ ਲਿਕੁਇਡ। ਤਾਂ ਹੁਣ ਆਪਾਂ ਡਿਸਕਸ ਕਰਨੇ ਨੇ ਤੁਹਾਡੇ ਜਿਹੜੇ ਫੈਕਟਰਸ ਨੇ ਉਹ ਕਿਹੜੇ ਕਿਹੜੇ ਫੈਕਟਰਸ ਤੁਹਾਡੀ ਸੋਲੂਬਿਲਿਟੀ ਤੇ ਇਫੈਕਟ ਪਾ ਸਕਦੇ ਨੇ। ਤਾਂ ਜੋ ਆਪਾਂ ਪਹਿਲਾਂ ਕੰਸੀਡਰ ਕਰ ਰਹੇ ਹਾਂ ਉਹ ਹੈ ਤੁਹਾਡਾ ਸੋਲਿਡ ਇਨ ਲਿਕੁਇਡ। ਸੋਲਿਡ ਇਨ ਲਿਕੁਇਡ ਦਾ ਮਤਲਬ ਕੀ ਹੈ, ਸੋਲਿਡ ਕੀ ਹੈ ਤੁਹਾਡਾ ਇੱਥੇ ਸੋਲਿਊਟ ਹੈ, ਤੇ ਜੋ ਤੁਹਾਡਾ ਲਿਕੁਇਡ ਹੈ ਉਹ ਕਿਦਾਂ ਬਿਹੇਵ ਕਰਦਾ ਹੈ ਐਜ਼ ਸੋਲਵੈਂਟ। ਤਾਂ ਸਭ ਤੋਂ ਪਹਿਲਾਂ ਤੁਹਾਨੂੰ ਪੁਆਇੰਟ ਪਤਾ ਹੋਣਾ ਚਾਹੀਦਾ ਹੈ। ਤੇ ਇਹਦੇ ਵਿੱਚ ਪਹਿਲਾ ਫੈਕਟਰ ਆਂਦਾ ਹੈ ਤੁਹਾਡਾ ਨੇਚਰ ਆਫ ਸੋਲਿਊਟ ਐਂਡ ਸੋਲਵੈਂਟ, ਕਿ ਜੋ ਤੁਹਾਡਾ ਸੋਲਿਊਟ ਹੈ ਤੇ ਜੋ ਤੁਹਾਡਾ ਸੋਲਵੈਂਟ ਹੈ ਉਹ ਕਿੱਦਾਂ ਦੇ ਪਾਰਟੀਕਲਸ ਨਾਲ ਬਣੇ ਹੋਏ ਨੇ, ਹਨਾ, ਉਹਨਾਂ ਦਾ ਨੇਚਰ ਕੀ ਹੈ। ਤਾਂ ਅਗਰ ਦੇਖੋ ਤੁਹਾਨੂੰ ਪਤਾ ਹੈ ਲਾਈਕ ਡਿਜ਼ੋਲਵਸ ਲਾਈਕ, ਇਹਦਾ ਮਤਲਬ ਕੀ ਹੈ, ਪੋਲਰ ਦੇ ਵਿੱਚ ਪੋਲਰ ਸੋਲਿਊਟ ਦੇ ਵਿੱਚ ਪੋਲਰ ਸੋਲਵੈਂਟ ਦੇ ਵਿੱਚ ਪੋਲਰ ਸੋਲਿਊਟ ਹੀ ਡਿਜ਼ੋਲਵ ਹੋਣਗੇ, ਤੇ ਨੋਨ ਪੋਲਰ ਦੇ ਵਿੱਚ ਨੋਨ ਪੋਲਰ ਹੀ ਡਿਜ਼ੋਲਵ ਹੋਣਗੇ। ਹੁਣ ਪੋਲਰ ਤੇ ਨੋਨ ਪੋਲਰ ਦਾ ਮਤਲਬ ਕੀ ਹੁੰਦਾ ਹੈ, ਇਸ ਤਰ੍ਹਾਂ ਦੇ substances having partial separation of charges, partial separation of charges due to electronegativity difference in bond। ਜੋ ਵੀ ਤੁਹਾਡੇ ਇੱਕ ਐਟਮਸ ਨੇ, ਹਨਾ, ਤੁਹਾਡੇ ਕੋਵੈਲੈਂਟ ਬੌਂਡ ਦੇ ਨਾਲ ਜੁੜੇ ਹੋਏ ਨੇ, ਹਨਾ, ਅਗਰ ਉਹ ਬੌਂਡ ਦੇ ਥਰੂ ਜੋ ਤੁਹਾਡੇ ਐਟਮ ਜੁੜੇ ਨੇ ਅਗਰ ਉਹਨਾਂ ਵਿੱਚ ਕੁਝ ਇਲੈਕਟ੍ਰੋਨੈਗੇਟਿਵਿਟੀ ਡਿਫਰੈਂਸ ਹੈ, ਫॉर ਐਗਜ਼ਾਮਪਲ ਕੰਸੀਡਰ ਕਰ ਲੈਂਦੇ ਹਾਂ, ਮੰਨ ਲਓ ਤੁਹਾਡਾ HCl ਹੈ, ਤਾਂ ਤੁਹਾਨੂੰ ਪਤਾ ਹੈ HCl ਕੀ ਇਲੈਕਟ੍ਰੋਨੈਗੇਟਿਵ ਹੈ, ਹਾਈਡਰੋਜਨ ਤੇ ਚਾਰਜ ਕੀ ਆ ਜਾਏਗਾ ਪੋਜ਼ਿਟਿਵ। ਤਾਂ ਜੋ ਇਹ ਸੈਪਰੇਸ਼ਨ ਹੋ ਰਿਹਾ ਹੈ ਚਾਰजेस ਦਾ, ਠੀਕ ਹੈ, ਇਸ ਨੂੰ ਆਪਾਂ ਬੋਲਦੇ ਹਾਂ ਉਸਦਾ ਪੋਲਰ ਨੇਚਰ, ਇਸ ਨੂੰ ਆਪਾਂ ਬੋਲਦੇ ਹਾਂ ਉਸਦਾ ਪੋਲਰ ਨੇਚਰ। ਤਾਂ ਜੋ ਵੀ ਮੋਲੀਕਿਊਲ ਤੁਹਾਡੇ ਪੋਲਰ ਨੇ ਉਹ ਤੁਹਾਡੇ ਪੋਲਰ ਮੋਲੀਕਿਊਲਸ ਦੇ ਵਿੱਚ ਹੀ ਡਿਜ਼ੋਲਵ ਹੋਣਗੇ। ਫॉर ਐਗਜ਼ਾਮਪਲ ਅਗਰ HCl ਦੀ ਮੈਂ ਵਾਟਰ ਚ ਲੈ ਲਾਂ, है ना, तो देखो वाटर ਤੁਹਾਨੂੰ ਪਤਾ ਹੈ ਆਕਸੀਜਨ ਇਲੈਕਟ੍ਰੋਨੈਗੇਟਿਵ ਹੈ ਤੇ ਹਾਈਡਰੋਜਨ ਤੇ ਅਗੇਨ ਕੀ ਆ ਜਾਏਗਾ ਡੈਲਟਾ ਪੋਜ਼ਿਟਿਵ। ਹੁਣ ਕੁਐਸਚਨ ਇਹ ਆਂਦਾ ਹੈ ਕਿ ਪੋਲਰ ਤੇ ਪੋਲਰ ਹੀ ਡਿਸੋਲਵ ਕਿਉਂ ਹੁੰਦੇ ਨੇ, ਰੀਜ਼ਨ ਕੀ ਹੈ। ਰੀਜ਼ਨ ਕੀ ਹੈ ਕਿ ਜੋ ਆਪੋਜ਼ਿਟ ਚਾਰजेस ਹੁੰਦੇ ਨੇ ਉਹ ਆਪਸ ਦੇ ਨਾਲ ਕੀ ਹੋ ਜਾਂਦੇ ਨੇ, ਇਸ ਨੂੰ ਕੀ ਕਰ ਦਿੰਦੇ ਨੇ, ਸਟੇਬਲਾਈਜ਼ ਕਰ ਦਿੰਦੇ ਨੇ। ਦੇਖੋ Cl ਦਾ ਨੈਗੇਟਿਵ ਚਾਰਜ ਤੇ ਵਾਟਰ ਦਾ ਜੋ H ਹੈ ਉਸਦਾ ਜੋ ਡੈਲਟਾ ਪੋਜ਼ਿਟਿਵ ਹੈ ਉਹ ਆਪਸ ਦੇ ਵਿੱਚ ਇੱਕ ਇੰਟਰੈਕਸ਼ਨ ਫਾਰਮ ਕਰ ਲੈਂਦੇ ਨੇ, ਜਿਸ ਕਰਕੇ ਜੋ ਤੁਹਾਡਾ ਮੋਲੀਕਿਊਲ ਹੈ ਉਹ ਕੀ ਹੋ ਜਾਂਦਾ ਹੈ, ਤੁਹਾਡਾ ਸਟੇਬਲਾਈਜ਼ ਹੋ ਜਾਂਦਾ ਹੈ। ਤਾਂ ਕਰਕੇ ਤੁਹਾਡੇ ਜੋ ਪੋਲਰ ਹੈ ਉਹ ਪੋਲਰ ਦੇ ਵਿੱਚ ਕੀ ਹੋ ਜਾਂਦੇ ਨੇ, ਡਿਸੋਲਵ ਹੋ ਜਾਂਦੇ ਨੇ। ਸਿਮਿਲਰਲੀ ਜੋ ਤੁਹਾਡੇ ਨੋਨ ਪੋਲਰ ਸੋਲਿਊਟ ਨੇ ਉਹ ਤੁਹਾਡੇ ਨੋਨ ਪੋਲਰ ਸੋਲਵੈਂਟ ਦੇ ਵਿੱਚ ਡਿਸੋਲਵ ਹੁੰਦੇ ਨੇ। ਤਾਂ ਸਭ ਤੋਂ ਪਹਿਲਾਂ ਅਗਰ ਤੁਹਾਨੂੰ ਸੋਲੂਬਿਲਿਟੀ ਦਾ ਕੋਈ ਕੁਐਸਚਨ ਆਂਦਾ ਹੈ ਤਾਂ ਤੁਸੀਂ ਆਪਸ਼ਨਸ ਨੂੰ ਚੈੱਕ ਕਰਨਾ ਹੈ ਕਿ ਜੋ ਵੀ ਤੁਹਾਡਾ ਗਿਵਨ ਸੋਲਿਊਟ ਤੇ ਜੋ ਤੁਹਾਡਾ ਗਿਵਨ ਸੋਲਵੈਂਟ ਹੈ ਉਹ ਦੋਨੋਂ ਇੱਕੋ ਜਿਹੇ ਹੋਣ।
ਪੋਲਰ ਪੋਲਰ ਹੋਵੇ, ਨੋਨ ਪੋਲਰ ਦੇ ਨਾਲ ਨੋਨ ਪੋਲਰ ਹੋਵੇ, ਕਿਉਂਕਿ ਅਗਰ ਤੁਸੀਂ ਪੋਲਰ ਦੇ ਨਾਲ ਨੋਨ ਪੋਲਰ ਐਡ ਕਰਤਾ, ਪੋਲਰ ਪਲੱਸ ਨੋਨ ਪੋਲਰ ਐਡ ਕੀਤਾ, ਤਾਂ ਇਹ ਕੀ ਹੋਣਗੇ ਆਪਸ ਦੇ ਵਿੱਚ ਨੋਟ ਸੋਲੂਬਲਾਈਜ਼, ਇਹ ਸੋਲੂਬਲ ਨਹੀਂ ਹੋਣਗੇ। ਤਾਂ ਇਹ ਪੁਆਇੰਟ ਦਾ ਤੁਸੀਂ ਕੀ ਕਰਨਾ ਹੈ, ਖਾਸ ਧਿਆਨ ਰੱਖਣਾ ਹੈ, ਜੋ ਤੁਹਾਨੂੰ ਗਿਵਨ ਕੁਐਸਚਨ 'ਚ ਹੋਏਗਾ। ਦੂਸਰਾ ਫੈਕਟਰ ਆਉਂਦਾ ਹੈ ਤੁਹਾਡਾ ਇਫੈਕਟ ਆਫ ਟੈਂਪਰੇਚਰ, ਕਿ ਟੈਂਪਰੇਚਰ ਕਿੱਦਾਂ ਇਫੈਕਟ ਪਾਉਂਦਾ ਹੈ ਤੁਹਾਡੀ ਸੋਲੂਬਿਲਿਟੀ ਤੇ। ਦੇਖੋ ਅਗਰ ਆਪਾਂ ਇਨ ਜਨਰਲ ਗੱਲ ਕਰਦੇ ਹਾਂ ਤਾਂ ਆਪਾਂ ਇਹ ਚੀਜ਼ ਬੋਲਦੇ ਹਾਂ ਕਿ ਅਗਰ ਤੁਹਾਡਾ ਪ੍ਰੋਸੈਸ ਹੈ ਐਂਡੋਥਰਮਿਕ ਹੈ, ਐਂਡੋਥਰਮਿਕ ਪ੍ਰੋਸੈਸ ਦਾ ਮਤਲਬ ਉਹ ਵਾਲਾ ਪ੍ਰੋਸੈਸ ਜਿਹਦੇ ਵਿੱਚ ਆਪਾਂ એનર્ਜੀ ਦਿੰਨੇ ਹਾਂ। ਤਾਂ ਤੁਸੀਂ ਦੇਖਿਆ ਹੋਏਗਾ ਆਪਾਂ ਲੈਬ ਦੇ ਵਿੱਚ ਵੀ ਮੋਸਟ ਆਫ ਦਾ ਟਾਈਮ ਐਕਸਪੈਰੀਮੈਂਟ ਕਰਦੇ ਹਾਂ ਕਿ ਅਗਰ ਕੋਈ ਚੀਜ਼ ਤੁਹਾਡੀ ਕਿਸੇ ਗਿਵਨ ਸੋਲਵੈਂਟ ਦੇ ਵਿੱਚ ਡਿਸੋਲਵ ਨਹੀਂ ਹੁੰਦੀ, ਆਪਾਂ ਬੱਚਿਆਂ ਨੂੰ ਰਿਕਮੈਂਡ ਕਰਦੇ ਹਾਂ ਕਿ ਬੱਚਾ ਹਲਕਾ ਇਹਨੂੰ ਹੀਟ ਕਰ ਲਓ। ਹੀਟ ਕਰਨ ਦੇ ਨਾਲ ਕੀ ਹੁੰਦਾ ਹੈ, ਜਨਰਲੀ ਤੁਹਾਡੀ ਜੋ ਸੋਲੂਬਿਲਿਟੀ ਹੈ ਉਹ ਇਨਕਰੀਜ਼ ਕਰ ਜਾਂਦੀ ਹੈ ਟੈਂਪਰੇਚਰ ਵਧਾਉਣ ਦੇ ਨਾਲ ਜਨਰਲੀ, ਅਗਰ ਤੁਹਾਡੀ ਰਿਐਕਸ਼ਨ ਕੀ ਹੈ ਐਂਡੋਥਰਮਿਕ ਹੈ। ਬਟ ਅਗਰ ਤੁਹਾਡਾ ਪ੍ਰੋਸੈਸ ਕੀ ਹੈ ਐਕਸੋਥਰਮਿਕ ਹੈ, ਐਕਸੋਥਰਮਿਕ ਜਿਵੇਂ ਤੁਹਾਡਾ ਪ੍ਰੋਸੈਸ ਜਿਵੇਂ ਹੁੰਦਾ ਹੈ ਸੋਲੂਬਿਲਿਟੀ ਆਫ ਗੈਸ ਇਨ ਲਿਕੁਇਡ, ਸੋਲੂਬਿਲਿਟੀ ਆਫ ਗੈਸ ਇਨ ਲਿਕੁਇਡ, ਇਹ ਇੱਕ ਐਕਸੋਥਰਮਿਕ ਪ੍ਰੋਸੈਸ ਹੁੰਦਾ ਹੈ ਕਿ ਜਦੋਂ ਵੀ ਆਪਾਂ ਗੈਸ ਨੂੰ ਲਿਕੁਇਡ ਦੇ ਵਿੱਚ ਡਿਸੋਲਵ ਕਰਵਾਉਂਦੇ ਹਾਂ ਤਾਂ ਉੱਥੇ એનર્ਜੀ ਰਿਲੀਜ਼ ਹੁੰਦੀ ਹੈ ਨਾ। ਤਾਂ ਅਗਰ ਤੁਸੀਂ ਉੱਥੇ ਟੈਂਪਰੇਚਰ ਇਨਕਰੀਜ਼ ਕਰੋਗੇ ਤਾਂ ਉੱਥੇ ਸੋਲੂਬਿਲਿਟੀ ਘਟ ਜਾਂਦੀ ਹੈ। ਦੈਟ ਮੀਨਸ ਤੁਹਾਡਾ ਜੋ ਰਿਐਕਸ਼ਨ ਦੀ ਸੋਲੂਬਿਲਿਟੀ ਟੈਂਪਰੇਚਰ ਤੇ ਜੋ ਡਿਪੈਂਡ ਕਰਦੀ ਹੈ, ਉਹ ਡਿਪੈਂਡ ਕਰੇਗੀ ਕਿ ਜੋ ਤੁਹਾਡਾ ਪ੍ਰੋਸੈਸ ਹੈ ਉਹ ਤੁਹਾਡਾ ਐਂਡੋਥਰਮਿਕ ਹੈ ਜਾਂ ਤੁਹਾਡਾ ਐਕਸੋਥਰਮਿਕ ਹੈ। ਅਗਰ ਉਹ ਐਂਡੋਥਰਮਿਕ ਹੋਇਆ ਤਾਂ ਟੈਂਪਰੇਚਰ ਵਧਾਉਣ ਤੇ ਤੁਹਾਡੀ ਸੋਲੂਬਿਲਿਟੀ ਇਨਕਰੀਜ਼ ਕਰੇਗੀ, ਜੋ ਨਾਰਮਲੀ ਕੇਸਿਸ ਦੇ ਵਿੱਚ ਹੁੰਦਾ ਹੈ ਨਾ। ਦੂਸਰਾ ਪੁਆਇੰਟ ਕੀ ਹੈ, ਅਗਰ ਤੁਹਾਡਾ ਪ੍ਰੋਸੈਸ ਐਕਸੋਥਰਮਿਕ ਹੈ, ਫॉर ਐਗਜ਼ਾਮਪਲ ਗੈਸ ਇਨ ਲਿਕੁਇਡ ਸੋਲੂਸ਼ਨ, ਅਗਰ ਤੁਸੀਂ ਗੈਸ ਨੂੰ ਲਿਕੁਇਡ ਦੇ ਵਿੱਚ ਡਿਸੋਲਵ ਕਰਦੇ ਹੋ ਤਾਂ ਉਹ ਤੁਹਾਡਾ ਇੱਕ ਐਕਸੋਥਰਮਿਕ ਪ੍ਰੋਸੈਸ ਹੈ। ਉਸ ਕੇਸਿਸ ਦੇ ਵਿੱਚ ਕੀ ਹੋਏਗਾ ਕਿ ਅਗਰ ਤੁਸੀਂ ਟੈਂਪਰੇਚਰ ਇਨਕਰੀਜ਼ ਕਰੋਗੇ ਤਾਂ ਟੈਂਪਰੇਚਰ ਇਨਕਰੀਜ਼ ਕਰਨ ਦੇ ਨਾਲ ਜੋ ਤੁਹਾਡੇ ਗੈਸ ਦੇ ਮੋਲੀਕਿਊਲਸ ਹੈ, ਗੈਸ ਦੇ ਜੋ ਮੋਲੀਕਿਊਲਸ ਹੈ ਉਹ ਕੀ ਕਰ ਲੈਣਗੇ, એનર્ਜੀ ਨੂੰ ਕੀ ਕਰ ਲੈਣਗੇ, ਗੇਨ ਕਰ ਲੈਣਗੇ। ਤੇ ਜਿੱਦਾਂ ਹੀ એનર્ਜੀ ਨੂੰ ਗੇਨ ਕੀਤਾ ਤਾਂ ਉਹ ਕੀ ਹੋ ਜਾਣਗੇ, ਐਸਕੇਪ ਆਊਟ, ਬਾਹਰ ਨਿਕਲ ਜਾਣਗੇ। ਤੇ ਅਗਰ ਬਾਹਰ ਨਿਕਲ ਗਈ ਤਾਂ ਇਹਦਾ ਮਤਲਬ ਕੀ ਹੈ, ਜੋ ਤੁਹਾਡੀ ਸੋਲੂਬਿਲਿਟੀ ਹੈ ਉਹ ਕੀ ਹੋਗੀ, ਡਿਕਰੀਜ਼ ਕਰ ਗਈ। ਦੇਖੋ ਇਸ ਚੀਜ਼ ਨੂੰ ਤੁਸੀਂ ਕੰਪੇਅਰ ਕਰ ਸਕਦੇ ਹੋ, ਕਿਉਂ ਤੁਹਾਡੀ ਗੈਸ ਬਾਹਰ ਨਿਕਲ ਰਹੀ ਹੈ। ਤਾਂ ਤੁਹਾਨੂੰ ਮੈਂ ਥਰਮੋਡਾਇਨਮਿਕਸ ਦੇ ਵਿੱਚ ਸੈਕਿੰਡ ਲਾਅ ਆਫ ਥਰਮੋਡਾਇਨਮਿਕਸ ਪੜਾਇਆ ਸੀ, ਜੋ ਤੁਹਾਡਾ ਸਟੇਟ ਕਰਦਾ ਹੈ ਕਿ ਹਰ ਇੱਕ ਸਿਸਟਮ ਆਪਣੀ ਐਂਟਰੋਪੀ ਨੂੰ ਇਨਕਰੀਜ਼ ਕਰਨ ਦੀ ਕੋਸ਼ਿਸ਼ ਕਰਦਾ, ਕਿਉਂਕਿ ਗੈਸਿਸ ਦੇ ਵਿੱਚ ਮੈਕਸਿਮਮ ਐਂਟਰੋਪੀ ਤੁਹਾਡੀ ਗੈਸਿਸ ਸਟੇਟ ਦੇ ਵਿੱਚ ਹੁੰਦੀ ਹੈ। ਤਾਂ ਅਗਰ ਗੈਸਿਸ ਨੂੰ ਆਪਸ਼ਨ ਮਿਲਦਾ ਹੈ ਕਿ ਉਹ ਐਸਕੇਪ ਕਰ ਸਕਦੇ ਨੇ ਤਾਂ ਉਹ ਇਮੀਡੀਏਟਲੀ ਬਾਹਰ ਨਿਕਲ ਜਾਣਗੇ, ਐਸਕੇਪ ਕਰ ਜਾਣਗੀਆਂ, ਇਵੋਲਵ ਹੋ ਜਾਣਗੀਆਂ। ਕਿਉਂਕਿ ਗੈਸਿਸ ਇਵੋਲਵ ਹੋਣ ਦੇ ਨਾਲ ਜੋ ਤੁਹਾਡਾ ਸਿਸਟਮ ਦੀ ਐਂਟਰੋਪੀ ਕੀ ਹੋ ਰਹੀ ਹੈ, ਇਨਕਰੀਜ਼ ਹੋ ਰਹੀ ਹੈ, ਜੋ ਕਿ ਤੁਹਾਡਾ ਸੈਕਿੰਡ ਲਾਅ ਆਫ ਥਰਮੋਡਾਇਨਮਿਕਸ ਵੀ ਸਟੇਟ ਕਰਦਾ ਹੈ। ਮਤਲਬ ਦੈਟ ਇਜ਼ ਅ ਨੈਚੁਰਲ ਪ੍ਰੋਸੈਸ। ਤਾਂ ਕਰਕੇ ਰਿਐਕਸ਼ਨ ਕੀ ਹੁੰਦੀ ਹੈ ਤੁਹਾਡੀ, ਫਾਰਵਰਡ ਡਾਇਰੈਕਸ਼ਨ ਨੂੰ ਕੀ ਕਰਦੀ ਹੈ, ਮੂਵ ਕਰਦੀ। ਨੈਕਸਟ ਹੈ ਫੈਕਟਰਸ ਅਫੈਕਟਿੰਗ ਸੋਲੂਬਿਲਿਟੀ ਆਫ ਅ ਗੈਸ ਇਨ ਅ ਸੋਲਿਡ। ਵੈਸੇ ਮੈਂ ਆਲਰੇਡੀ ਤੁਹਾਨੂੰ ਐਕਸਪਲੇਨ ਕਰਤਾ ਨਾ ਪ੍ਰੀਵੀਅਸ ਸਲਾਈਡ ਦੇ ਵਿੱਚ ਕਿ ਜਦੋਂ ਤੁਸੀਂ ਗੈਸ ਇਨ ਅ ਲਿਕੁਇਡ ਦੀ ਗੱਲ ਕਰਦੇ ਹੋ, ਦੈਟ ਕੀ ਹੈ, ਤੁਹਾਡਾ ਐਕਸੋਥਰਮਿਕ ਪ੍ਰੋਸੈਸ ਹੈ। ਤੇ ਐਕਸੋਥਰਮਿਕ ਪ੍ਰੋਸੈਸ ਦੇ ਵਿੱਚ ਅਗਰ ਤੁਸੀਂ ਟੈਂਪਰੇਚਰ ਇਨਕਰੀਜ਼ ਕਰੋਗੇ ਤਾਂ ਗੈਸ ਮੋਲੀਕਿਊਲ ਕੀ ਕਰਨਗੇ, એનર્ਜੀ ਨੂੰ ਗੇਨ ਕਰਨਗੇ, એનર્ਜੀ ਗੇਨ ਕਰਕੇ ਉਹ ਐਸਕੇਪ ਹੋ ਜਾਣਗੇ, ਬਾਹਰ ਨਿਕਲ ਜਾਣਗੇ। ਤਾਂ ਉਸ ਨਾਲ ਤੁਹਾਡੀ ਜੋ ਸੋਲੂਬਿਲਿਟੀ ਹੈ ਉਹ ਕੀ ਹੋ ਜਾਏਗੀ, ਤੁਹਾਡੀ ਡਿਕਰੀਜ਼ ਕਰ ਜਾਏਗੀ। ਠੀਕ ਹੈ, ਤਾਂ ਪਹਿਲਾ ਪੁਆਇੰਟ ਕੀ ਸੀਗਾ ਤੁਹਾਡਾ, ਗੈਸ ਇਨ ਅ ਲਿਕੁਇਡ ਦੇ ਵਿੱਚ ਇਫੈਕਟ ਆਫ ਟੈਂਪਰੇਚਰ। ਤਾਂ ਇਹ ਪੁਆਇੰਟ ਬਿਲਕੁਲ ਧਿਆਨ ਦੇ ਵਿੱਚ ਰੱਖਣਾ ਹੈ ਕਿ ਗੈਸ ਇਨ ਅ ਲਿਕੁਇਡ ਇਜ਼ ਐਨ ਐਕਸੋਥਰਮਿਕ ਪ੍ਰੋਸੈਸ। ਨੋਟ ਡਾਊਨ ਕਰ ਲਓ, ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈ। ਸੈਕਿੰਡ ਹੈ ਤੁਹਾਡਾ ਇਫੈਕਟ ਆਫ ਪ੍ਰੈਸ਼ਰ। ਦੇਖੋ ਜਿੱਥੇ ਗੈਸਿਸ ਆਣਗੀਆਂ ਉੱਥੇ ਪ੍ਰੈਸ਼ਰ ਦਾ ਇਫੈਕਟ ਆਣਾ ਹੀ ਆਣਾ ਹੈ। ਠੀਕ ਹੈ, ਜਿੱਥੇ ਗੈਸਿਸ ਆਣਗੀਆਂ ਉੱਥੇ ਪ੍ਰੈਸ਼ਰ ਦਾ ਇਫੈਕਟ ਆਣਾ ਹੀ ਆਣਾ ਹੈ। ਆਈ ਥਿੰਕ ਮੈਂ ਤੁਹਾਨੂੰ ਇਹ ਉਹਦੇ ਵਿੱਚ ਕਰਵਾਇਆ ਸੀ ਕੈਮੀਕਲ ਇਕੁਇਲਿਬਰੀਅਮ ਦੇ ਵਿੱਚ ਸ਼ਾਇਦ, ਹੈ ਨਾ, ਕਿ ਜੋ ਤੁਹਾਡਾ ਕਿਸੇ ਵੀ ਚੀਜ਼ ਦਾ
है ना। मतलब ਕੁਆਂਟੀਟੀ ਦਾ ਜੋ ਸੋਲੂਬਲ ਹੋਣਾ ਜਾਂ ਗੈਸ ਦਾ ਸੋਲੂਬਲ ਹੋਣਾ ਇੱਕ ਪਾਰਟਿਕੂਲਰ ਸੋਲਵੈਂਟ ਦੇ ਵਿੱਚ, ਉਹ ਡਿਪੈਂਡ ਕਾਹਤੇ ਕਰੇਗਾ ਕਿ ਕਿੰਨੇ ਗੈਸ ਮੋਲੀਕਿਊਲ ਉਸਦੇ ਪਾਸ ਆ ਰਹੇ ਨੇ, ਹਨਾ। ਤਾਂ ਹੁਣ ਦੇਖੋ ਗੈਸ ਮੋਲੀਕਿਊਲ ਕਦੋਂ ਪਾਸ ਆ ਸਕਦੇ ਹੈ, ਅਗਰ ਤੁਸੀਂ ਉਹਨਾਂ ਤੇ ਜ਼ਿਆਦਾ ਪ੍ਰੈਸ਼ਰ ਅਪਲਾਈ ਕਰੋਗੇ। ਜਿੰਨਾ ਜ਼ਿਆਦਾ ਗੈਸਿਸ ਮੋਲੀਕਿਊਲ ਤੇ ਪ੍ਰੈਸ਼ਰ ਅਪਲਾਈ ਕਰੋਗੇ, pressure applied more pressure applied on gaseous molecule, on gaseous molecule, ठीक है, more closer they come, more closer they can come and can solubilize easily, है ना। ਤਾਂ ਜਿੰਨਾ ਜ਼ਿਆਦਾ ਤੁਸੀਂ ਪ੍ਰੈਸ਼ਰ ਅਪਲਾਈ ਕਰੋਗੇ, ਤਾਂ ਪ੍ਰੈਸ਼ਰ ਇੱਥੇ ਕਾਹਦੀ ਗੱਲ ਕਰ ਰਹੇ ਨੇ, ਪਾਰਸ਼ੀਅਲ ਪ੍ਰੈਸ਼ਰ ਦੀ, ਓਨਾ ਹੀ ਜ਼ਿਆਦਾ ਉਹ ਤੁਹਾਡੇ ਲਿਕੁਇਡ ਦੇ ਵਿੱਚ ਕੀ ਹੋਣਗੇ, ਸੋਲੂਬਲਾਈਜ਼ ਹੋਣਗੇ, ਕਿਉਂਕਿ ਜਿੰਨੇ ਮੋਲੀਕਿਊਲਸ ਤੁਹਾਡੇ ਗੈਸ ਦੇ ਪਾਸ ਆ ਰਹੇ ਨੇ, ਅਟਰੈਕਸ਼ਨ ਵਧੇਗੀ। ਅਟਰੈਕਸ਼ਨ ਵਧਣ ਦੇ ਨਾਲ ਤੁਹਾਨੂੰ ਪਤਾ ਹੈ ਕਿ ਉਹ ਅਗਰ ਇੰਟਰੈਕਸ਼ਨ ਵੱਧ ਜਾਏਗੀ ਤਾਂ ਉਹ ਈਜ਼ਲੀ ਸੋਲੂਬਲਾਈਜ਼ ਹੋ ਸਕਦੇ ਨੇ, ਹਨਾ। ਤਾਂ ਉਹਨਾਂ ਦਾ ਜੋ ਸੋਲੂਬਲ ਨੇਚਰ ਹੈ, ਕਿੰਨਾ ਅਮਾਊਂਟ ਸੋਲੂਬਲ ਹੋ ਸਕਦਾ ਹੈ, ਉਸ ਨੂੰ ਆਪਾਂ ਐਕਸਪ੍ਰੈਸ ਕਰਦੇ ਹਾਂ ਉਸਦੇ ਮੋਲ ਫ੍ਰੈਕਸ਼ਨ ਦੇ ਨਾਲ। ਕਾਹਦੇ ਨਾਲ ਐਕਸਪ੍ਰੈਸ ਕਰਦੇ ਹਾਂ ਆਪਾਂ ਉਸਦੇ ਮੋਲ ਫ੍ਰੈਕਸ਼ਨ ਦੇ ਨਾਲ। ਤਾਂ ਇਸ ਚੀਜ਼ ਨੂੰ ਹੈਨਰੀ ਨੇ ਡਿਫਾਈਨ ਕੀਤਾ ਸੀ ਫਸਟ ਟਾਈਮ। ਤਾਂ ਹੈਨਰੀ ਨੇ ਦੇ ਨਾਮ ਤੇ ਇਸ ਨੂੰ ਬੋਲਦੇ ਆਪਾਂ ਹੈਨਰੀ ਲਾਅ। ਤਾਂ ਹੈਨਰੀ ਲਾਅ ਦੇ ਅਕੋਰਡਿੰਗ ਕੀ ਹੈ ਕਿ ਕਦੋਂ ਵੀ ਅਗਰ ਤੁਸੀਂ ਗੈਸ ਨੂੰ ਲਿਕੁਇਡ ਦੇ ਵਿੱਚ ਸੋਲੂਬਲਾਈਜ਼ ਕਰਵਾ ਰਹੇ ਹੋ, ਤਾਂ ਜੋ ਉਸਦੀ ਗੈਸ ਦੀ ਸੋਲੂਬਿਲਿਟੀ ਹੈ ਲਿਕੁਇਡ ਦੇ ਵਿੱਚ, ਉਹ ਚੀਜ਼ ਕੀ ਡਿਫਾਈਨ ਕਰਦੀ ਹੈ ਕਿ ਜਿੰਨਾ ਜ਼ਿਆਦਾ ਤੁਸੀਂ ਉਸ ਚੀਜ਼ ਤੇ ਪਾਰਸ਼ਲ ਪ੍ਰੈਸ਼ਰ ਅਪਲਾਈ ਕਰੋਗੇ ਗੈਸ ਦਾ, ਜਾਂ ਗੈਸ ਦਾ ਜਿੰਨਾ ਜ਼ਿਆਦਾ ਪਾਰਸ਼ਲ ਪ੍ਰੈਸ਼ਰ ਹੋਏਗਾ, ਓਨਾ ਹੀ ਅਮਾਊਂਟ ਗੈਸ ਦਾ ਤੁਹਾਡਾ ਕੀ ਹੋਏਗਾ, ਡਿਸੋਲਵ ਹੋਏਗਾ ਤੁਹਾਡੇ ਉਸ ਪਾਰਟਿਕੂਲਰ ਸੋਲਵੈਂਟ ਦੇ ਵਿੱਚ। ਤਾਂ ਅਕੋਰਡਿੰਗ ਟੂ ਹੈਨਰੀਜ਼ ਲਾਅ, partial pressure of a gas is directly proportional to the mole fraction of that gas। ਤਾਂ ਅਗਰ ਤੁਸੀਂ ਪ੍ਰੋਪੋਰਸ਼ਨੈਲਿਟੀ ਦਾ ਸਾਈਨ ਦੇਖੋ ਇੱਥੇ ਹਟਾਉਂਦੇ ਹੋ, ਠੀਕ ਹੈ, ਪ੍ਰੋਪੋਰਸ਼ਨੈਲਿਟੀ ਦਾ ਸਾਈਨ ਅਗਰ ਇੱਥੇ ਹਟਾਓਗੇ ਤਾਂ ਇੱਕ ਤੁਹਾਡਾ ਕਾਂਸਟੈਂਟ ਆਏਗਾ, ਜਿਹਨੂੰ ਆਪਾਂ ਕੀ ਬੋਲਦੇ ਹਾਂ, ਤੁਹਾਡਾ ਇੱਥੇ ਹੈਨਰੀਜ਼ ਕਾਂਸਟੈਂਟ। KH ਕੀ ਹੈ ਤੁਹਾਡਾ ਇੱਥੇ, ਹੈਨਰੀਜ਼ ਕਾਂਸਟੈਂਟ, ਠੀਕ ਹੈ, ਹੈਨਰੀ ਲਾਅ ਕਾਂਸਟੈਂਟ ਬੋਲ ਦਿੰਦੇ ਨੇ। ਤੇ ਜਿਸ ਦੀ ਜੋ ਵੈਲਿਊ ਹੈ ਉਹ ਡਿਫਰੈਂਟ ਹੁੰਦੀ ਹੈ ਐਟ ਅ ਪਾਰਟਿਕੂਲਰ ਟੈਂਪਰੇਚਰ। ਜਿਵੇਂ ਜਿਵੇਂ ਗੈਸਿਸ ਚੇਂਜ ਕਰੋਗੇ, ਮੰਨ ਲਓ ਤੁਸੀਂ ਨਾਈਟ੍ਰੋਜਨ ਗੈਸ ਲੈ ਲਈ, ਹੈ ਨਾ, ਤਾਂ ਤੁਹਾਨੂੰ ਪਤਾ ਹੈ ਨਾਈਟ੍ਰੋਜਨ ਗੈਸ ਦੀ ਆਪਣੀ ਸੋਲੂਬਿਲਿਟੀ ਹੋਏਗੀ, ਆਕਸੀਜਨ ਦੀ ਆਪਣੀ ਸੋਲੂਬਿਲਿਟੀ ਹੋਏਗੀ, ਮੀਥੇਨ ਗੈਸ ਦੀ ਆਪਣੀ ਸੋਲੂਬਿਲਿਟੀ ਹੋਏਗੀ। ਤਾਂ ਹਰ ਇੱਕ ਪਾਰਟਿਕੂਲਰ ਗੈਸ ਦੇ ਲਈ ਜੋ KH ਦੀ ਵੈਲਿਊ ਹੈ ਉਹ ਇੱਕ ਪ੍ਰੀ ਡਿਫਾਈਨਡ ਵੈਲਿਊ ਹੈ, ਉਹ ਡਿਫਰੈਂਟ ਹੋਏਗੀ, ਠੀਕ ਹੈ। ਹੁਣ ਮੈਂ ਤੁਹਾਨੂੰ ਇੱਕ ਚੀਜ਼ ਦੱਸਣ ਜਾ ਰਿਹਾ ਹਾਂ, ਤਾਂ ਤੁਹਾਡੇ ਮਨ 'ਚ ਕੁਐਸਚਨ ਆ ਸਕਦਾ ਹੈ ਕਿ ਹਰ ਇੱਕ ਗੈਸ ਦੀ ਜੋ ਸੋਲੂਬਿਲਿਟੀ ਹੈ ਉਹ ਡਿਫਰੈਂਟ ਕਿਉਂ ਹੈ, ਠੀਕ ਹੈ। ਤਾਂ ਇਹਦਾ ਆਪਾਂ ਸੋਚਣ ਦਾ ਕੋਸ਼ਿਸ਼ ਕਰਦੇ ਹਾਂ, ਕਿਉਂ, ਅੱਗੇ ਪੜ੍ਹਦੇ ਹਾਂ। ਤਾਂ ਦੇਖੋ ਇੱਥੋਂ ਤੁਸੀਂ ਇਹ ਚੀਜ਼ ਲਿਖ ਸਕਦੇ ਹੋ ਕਿ ਜੋ ਤੁਹਾਡੀ ਹੈਨਰੀਜ਼ ਕਾਂਸਟੈਂਟ ਹੈ, that is equal to partial pressure of your gas upon mole fraction of gas। ਤੇ ਇੱਥੇ ਜੋ ਤੁਹਾਡਾ ਮੋਲ ਫ੍ਰੈਕਸ਼ਨ ਹੈ ਉਹ ਕਿਸ ਚੀਜ਼ ਨੂੰ ਡਿਫਾਈਨ ਕਰਦਾ ਹੈ, ਤੁਹਾਡੀ ਸੋਲੂਬਿਲਿਟੀ, ਹੈ ਨਾ। ਤਾਂ ਇੱਥੋਂ ਆਪਾਂ ਇਹ ਪੁਆਇੰਟ ਕਹਿ ਸਕਦੇ ਹਾਂ ਕਿ ਜੋ ਤੁਹਾਡਾ KH ਹੈ, ਹੈਨਰੀਜ਼ ਕਾਂਸਟੈਂਟ, that is inversely proportional to your solubility। KH is inversely proportional to solubility। That means ਅਗਰ ਗੈਸ ਤੁਹਾਡੀ ਜਿੰਨੀ ਜ਼ਿਆਦਾ soluble ਹੋਏਗੀ, ਉਸਦੀ KH ਵੈਲਿਊ ਉਨੀ ਹੀ ਕੀ ਹੋਏਗੀ, ਘੱਟ ਹੋਏਗੀ। ਔਰ ਆਪਾਂ ਇਹ ਵੀ ਬੋਲ ਸਕਦੇ ਹਾਂ higher the value of your KH, KH ਦੀ ਵੈਲਿਊ ਜਿੰਨੀ ਜ਼ਿਆਦਾ ਹਾਇਰ ਹੋਏਗੀ, ਮਤਲਬ ਉਸ ਗੈਸ ਦੀ ਜੋ solubility ਹੈ ਉਸ particular liquid ਦੇ ਵਿੱਚ ਉਨੀ ਹੀ ਕੀ ਹੋਏਗੀ, ਤੁਹਾਡੀ ਘੱਟ ਹੋਏਗੀ, because Henry's law constant and your solubility are inversely proportional to each other। ਦੇਖੋ ਆਪਾਂ ਹੈਨਰੀਜ਼ ਲਾਅ ਹੁਣੇ ਪੜ੍ਹ ਕੇ ਆਏ ਹਾਂ ਕਿ ਜੋ ਤੁਹਾਡਾ ਪਾਰਸ਼ੀਅਲ ਪ੍ਰੈਸ਼ਰ ਹੈ ਗੈਸ ਦਾ, that is directly proportional to your mole fraction of gas, ਹੈ ਨਾ। ਤਾਂ ਅਗਰ ਤੁਸੀਂ ਮੋਲ ਫ੍ਰੈਕਸ਼ਨ ਨੂੰ ਉੱਥੇ ਹਟਾਉਂਦੇ ਹੋ ਤਾਂ ਕੀ ਆਉਂਦਾ ਹੈ ਤੁਹਾਡਾ, ਹੈਨਰੀਜ਼ ਕਾਂਸਟੈਂਟ। ਤੇ ਇਹ ਕਿਸ ਤਰ੍ਹਾਂ ਦੀ ਇਕੁਏਸ਼ਨ ਹੈ, y equal to mx, ਹੈ ਨਾ। y equal to mx ਇਕੁਏਸ਼ਨ ਮਤਲਬ ਕੀ ਹੈ, an equation straight line ਹੈ that will pass through your origin। y axis ਤੇ ਕੀ ਲੈਂਦੇ ਹੋ ਤੁਸੀਂ, ਪਾਰਸ਼ੀਅਲ ਪ੍ਰੈਸ਼ਰ, ਤੇ x axis ਤੇ ਕੀ ਲਓਗੇ, ਮੋਲ ਫ੍ਰੈਕਸ਼ਨ ਆਫ ਯੋਰ ਗੈਸ। ਤਾਂ ਜੋ ਇਸਦੀ ਸਲੋਪ ਹੈ, ਜੋ ਇਸ ਇਕੁਏਸ਼ਨ ਦੀ ਸਲੋਪ ਹੈ, ਉਹ ਸਲੋਪ ਤੁਹਾਨੂੰ ਕੀ ਦੇਗੀ, ਤੁਹਾਡਾ ਹੈਨਰੀਜ਼ ਲਾਅ ਕਾਂਸਟੈਂਟ। ਤੇ ਹੈਨਰੀਜ਼ ਲਾਅ ਜੋ ਕਾਂਸਟੈਂਟ ਹੈ that is inversely proportional to your solubility of gas। ਜਿੰਨੀ ਜ਼ਿਆਦਾ ਹਾਇਰ ਵੈਲਿਊ ਹੋਏਗੀ ਤੁਹਾਡੀ KH ਦੀ,
ठीक है, ਓਨੀ ਹੀ ਤੁਹਾਡੀ ਜੋ solubility ਹੈ ਉਹ ਕੀ ਹੋਏਗੀ, decrease ਕਰੇਗੀ। ਤਾਂ ਤੁਹਾਨੂੰ ਪਤਾ ਹੈ in case of gases in liquid temperature ਵਧਾਉਣ ਤੇ ਜੋ ਤੁਹਾਡੀ solubility ਹੈ ਉਹ ਕੀ ਕਰਦੀ ਹੈ, decrease ਕਰਦੀ। ਠੀਕ ਹੈ, ਤਾਂ ਅਗਰ ਦੇਖੋ ਥੋੜਾ ਜੋ solubility decrease ਕਰਦੀ ਹੈ ਤਾਂ solubility decrease ਕਰਨ ਦੇ ਨਾਲ KH ਜੋ ਤੁਹਾਡਾ ਹੈਨਰੀਜ਼ law constant ਹੈ ਉਹ increase ਕਰਦਾ ਹੈ। ਤਾਂ ਇੱਥੋਂ ਆਪਾਂ ਇਹ ਚੀਜ਼ ਵੀ ਬੋਲ ਸਕਦੇ ਹਾਂ ਕਿ ਜਿਵੇਂ ਜਿਵੇਂ ਅਗਰ ਤੁਸੀਂ ਇੱਕ particular ਗੈਸ ਦੀ ਗੱਲ ਕਰੋਗੇ for a particular gas for a particular ਗੈਸ, ਅਗਰ ਤੁਸੀਂ ਇੱਕ ਗੈਸ ਨੂੰ ਕੰਸੀਡਰ ਕਰੋਗੇ ਤੇ ਉਸ ਨੂੰ ਡਿਫਰੈਂਟ ਟੈਂਪਰੇਚਰ ਤੇ ਲੋਕੇਟ ਕਰੋਗੇ ਤਾਂ ਟੈਂਪਰੇਚਰ ਵਧਾਉਣ ਤੇ ਜੋ ਤੁਹਾਡੇ KH ਦੀ ਵੈਲਿਊ ਹੈ ਉਹ ਵੀ ਕੀ ਕਰੇਗੀ, ਇਨਕਰੀਜ਼ ਕਰੇਗੀ। ਨੈਕਸਟ ਲਿਮਿਟੇਸ਼ਨ ਆਫ ਹੈਨਰੀਜ਼ ਲੋ, ਦੇਖੋ ਹੈਨਰੀਜ਼ ਲੋ ਹੈ ਜੋ ਜਨਰਲੀ ਉਹ ਤੁਹਾਡਾ ਲੋ ਪ੍ਰੈਸ਼ਰ ਤੇ ਹਾਈ ਟੈਂਪਰੇਚਰ ਤੇ ਐਪਲੀਕੇਬਲ ਹੁੰਦਾ ਹੈ, ਮਤਲਬ ਆਈਡੀਅਲ ਗੈਸ ਤੇ ਐਪਲੀਕੇਬਲ ਹੁੰਦਾ ਹੈ। ਦੂਸਰਾ ਉਹਨਾਂ ਸੋਲਿਊਟ ਤੇ ਐਪਲੀਕੇਬਲ ਕਰਦੇ ਹਾਂ ਜੋ ਤੁਹਾਡੇ ਐਸੋਸੀਏਸ਼ਨ ਜਾਂ ਡਿਸੋਸੀਏਸ਼ਨ ਦੇ ਵਿੱਚ ਨਹੀਂ ਜਾਂਦੇ। ਜਿਵੇਂ ਤੁਹਾਡੇ ਇਲੈਕਟ੍ਰੋਲਾਈਟ ਹੈ, ਤੁਹਾਨੂੰ ਪਤਾ ਹੈ ਜੋ ਵੀ ਤੁਹਾਡੇ ਇਲੈਕਟ੍ਰੋਲਾਈਟ ਹੁੰਦੇ ਨੇ ਜਨਰਲੀ ਹੈ ਨਾ, ਉਹ ਕੀ ਕਰਦੇ ਨੇ, ਤੁਹਾਡੇ ਇਲੈਕਟ੍ਰੋਲਾਈਟ ਕੀ ਹੋ ਜਾਂਦੇ ਨੇ, ਡਿਸੋਸੀਏਟ ਹੋ ਜਾਂਦੇ ਨੇ। ਤਾਂ ਆਪਾਂ ਉਹਨਾਂ ਸੋਲਿਊਟ ਦੇ ਵਿੱਚ ਹੈਨਰੀਜ਼ ਲੋ ਨੂੰ ਅਪਲਾਈ ਨਹੀਂ ਕਰਨਾ। ਜਿਵੇਂ ਤੁਹਾਡਾ ਨਾ ਐਸਟਿਕ ਐਸਿਡ ਹੋ ਗਿਆ ਮੰਨ ਲਓ, ਇਹ ਕੀ ਕਰਦੇ ਨੇ, ਆਇਨਸ ਦੇ ਵਿੱਚ ਜਾ ਸਕਦੇ ਨੇ, ਠੀਕ ਹੈ, ਆਇਨ ਫਾਰਮੇਸ਼ਨ ਕਰ ਸਕਦੇ ਨੇ ਤੇ ਇਹ ਡਿਸੋਸ਼ੀਏਟ ਹੋਊਗੀ। ਤਾਂ ਆਪਾਂ ਉਹਨਾਂ ਕੇਸਾਂ ਦੇ ਵਿੱਚ ਹੈਨਰੀ ਲੋ ਨੂੰ ਅਪਲਾਈ ਨਹੀਂ ਕਰਨਾ। ਨੈਕਸਟ ਪੁਆਇੰਟ ਕੀ ਆਉਂਦਾ ਹੈ ਕਿ ਆਪਾਂ ਉਹਨਾਂ ਚੀਜ਼ਾਂ ਤੇ ਵੀ ਅਪਲਾਈ ਨਹੀਂ ਕਰਨਾ ਜਿਨ੍ਹਾਂ ਵਿੱਚ ਜਿਹੜੇ ਤੁਹਾਡੇ ਦੋ ਮੋਲੀਕਿਊਲ ਜਦੋਂ ਰਿਐਕਟ ਹੋ ਜਾਣ ਗੈਸ ਇਨ ਲਿਕੁਇਡ ਤਾਂ ਉਹ ਕੁਝ ਨਵਾਂ ਪ੍ਰੋਡਕਟ ਬਣਾ ਦੇ। ਤਾਂ ਧਿਆਨ ਰੱਖਣਾ ਹੈ ਹੈਨਰੀਜ਼ ਲੋ ਸਿਰਫ ਔਰ ਸਿਰਫ ਆਪਾਂ ਉਹਨਾਂ ਸੋਲਿਊਟ ਤੇ ਹੀ ਅਪਲਾਈ ਕਰਨਾ ਹੈ, ਠੀਕ ਹੈ, ਜਿਹੜੇ ਇੱਕ ਤਾਂ ਤੁਹਾਡੇ ਸੋਲਵੈਂਟ ਨਾਲ ਰਿਐਕਟ ਕਰਕੇ ਨਵਾਂ ਕੰਪਾਊਂਡ ਨਾ ਬਣਾਉਣ। ਦੂਸਰਾ ਪੁਆਇੰਟ ਕਿ ਉਹ ਐਸੋਸੀਏਸ਼ਨ ਜਾਂ ਡਿਸੋਸੀਏਸ਼ਨ ਦੇ ਅੰਡਰ ਨਾ ਜਾਣ। ਜਿੱਦਾਂ ਹੀ ਤੁਸੀਂ ਉਹਨੂੰ ਪਾਇਆ ਹੈ ਉਹ ਉਸੇ ਫਾਰਮ ਦੇ ਵਿੱਚ ਹੀ ਤੁਹਾਡਾ ਸੋਲਵੈਂਟ ਦੇ ਵਿੱਚ ਐਗਜ਼ਿਸਟ ਕਰੇ, ਨਾ ਉਹ ਡਿਸੋਸ਼ੀਏਟ ਹੋਣਾ ਚਾਹੀਦਾ ਹੈ, ਨਾ ਹੀ ਆਪਣੀ ਉਸਦੀ ਐਸੋਸੀਏਸ਼ਨ ਹੋਣੀ ਚਾਹੀਦੀ ਹੈ। ਐਸੋਸੀਏਸ਼ਨ ਜਨਰਲੀ ਆਪਾਂ ਬੈਂਜੋਇਕ ਐਸਿਡ ਦੀ ਲੈ ਲੈਂਦੇ ਹਾਂ ਹਨਾ, ਜਾਂ ਤੁਹਾਡੀ ਐਸਟਿਕ ਐਸਿਡ ਦੀ ਵੀ ਸਮਟਾਈਮ ਐਸੋਸੀਏਸ਼ਨ ਕੰਸੀਡਰ ਕਰ ਲੈਂਦੇ ਨੇ ਡਿਊ ਟੂ ਹਾਈਡਰੋਜਨ ਬੌਂਡਿੰਗ। ਤਾਂ ਆਪਾਂ ਇਸ ਤਰ੍ਹਾਂ ਦਾ ਕੋਈ ਵੀ ਇਲੈਕਟ੍ਰੋਲਾਈਟ ਜਾਂ ਸੋਲਿਊਟ ਉੱਥੇ ਕੰਸੀਡਰ ਨਹੀਂ ਕਰਨਾ। ਦੇਖੋ ਜੋ ਹੁਣ ਤੁਹਾਡਾ ਆਪਾਂ ਹੈਨਰੀਜ਼ ਲੋ ਪੜਿਆ ਸੀ ਤਾਂ ਹੈਨਰੀਜ਼ ਲੋ ਕਾਹਦੇ ਨਾਲ ਡੀਲ ਕਰਦਾ ਸੀ, ਤੁਹਾਡਾ ਗੈਸ ਇਨ ਲਿਕੁਇਡ। ਤਾਂ ਉਸਦਾ ਉਲਟ ਉਸਦਾ ਜੋ ਸੇਮ ਆਪਾਂ ਕਹਿ ਸਕਦੇ ਹਾਂ ਨਾ, ਬ੍ਰਦਰ ਸਿਸਟਰ ਕਜ਼ਨ ਕਹਿ ਲਓ ਹਨਾ, ਜੋ ਰੋਲਸ ਲੋ ਹੈ ਉਹ ਕਾਹਦੇ ਤੇ ਐਪਲੀਕੇਬਲ ਹੁੰਦਾ ਹੈ, ਤੁਹਾਡਾ ਲਿਕੁਇਡ ਇਨ ਲਿਕੁਇਡ। ਮਤਲਬ ਤੁਹਾਡਾ ਇੱਥੇ ਸੋਲਿਊਟ ਵੀ ਲਿਕੁਇਡ ਹੋਏਗਾ ਤੇ ਜੋ ਤੁਹਾਡਾ ਸੋਲਵੈਂਟ ਹੈ ਉਹ ਵੀ ਕੀ ਹੋਏਗਾ, ਤੁਹਾਡਾ ਲਿਕੁਇਡ ਹੋਏਗਾ। ਪਰ ਧਿਆਨ ਰੱਖਣਾ ਜੋ ਵੀ ਲਿਕੁਇਡ ਲੈਣੇ ਨੇ ਉਹ ਕਿੱਦਾਂ ਦੇ ਲੈਣੇ ਨੇ, ਤੁਸੀਂ ਵੋਲਾਟਾਈਲ ਲਿਕੁਇਡ। ਵੋਲਾਟਾਈਲ ਲਿਕੁਇਡ ਮਤਲਬ ਜਿਨ੍ਹਾਂ ਦਾ ਬੋਇਲਿੰਗ ਪੁਆਇੰਟ ਕੀ ਹੁੰਦਾ ਹੈ, ਘੱਟ ਹੁੰਦਾ ਹੈ ਤੇ ਵੇਪਰ ਪ੍ਰੈਸ਼ਰ ਕੀ ਹੁੰਦਾ ਹੈ ਉਹਨਾਂ ਦਾ ਜ਼ਿਆਦਾ ਹੁੰਦਾ ਹੈ। ਤਾਂ ਅਕੋਰਡਿੰਗ ਟੂ ਦਿਸ ਰੋਲਸ ਲੋ ਇੱਥੇ ਵੀ ਬਿਲਕੁਲ ਸੇਮ ਗੱਲ ਹੀ ਹੈ, ਪਰ ਜੋ ਚੀਜ਼ ਤੁਸੀਂ ਉੱਥੇ ਗੈਸਿਸ ਲਈ ਅਪਲਾਈ ਕੀਤੀ ਸੀ ਇੱਥੇ ਆਪਾਂ ਉਹ ਚੀਜ਼ ਕਾਹਦੇ ਲਈ ਅਪਲਾਈ ਕਰਾਂਗੇ, ਆਪਣੇ ਲਿਕੁਇਡ ਤੇ। ਤਾਂ ਅਕੋਰਡਿੰਗ ਟੂ ਰੋਲਸ ਲੋ ਕੀ ਕਹਿੰਦਾ ਹੈ ਕਿ ਕੋਈ ਵੀ ਅਗਰ ਤੁਸੀਂ ਦੋ ਲਿਕੁਇਡ ਲੈਂਦੇ ਹੋ, A ਲਿਕੁਇਡ ਤੇ B ਲਿਕੁਇਡ, ਤਾਂ ਦੋਨੋਂ ਮਿਲ ਕੇ ਇੱਕ ਕੀ ਬਣਾਉਣਗੇ, ਸੋਲਿਊਸ਼ਨ ਬਣਾਉਣਗੇ। ਤਾਂ ਸੋਲਿਊਸ਼ਨ ਦੇ ਵਿੱਚ ਹਰ ਇੱਕ ਲਿਕੁਇਡ ਦਾ ਖੁਦ ਦਾ ਇੱਕ ਪਾਰਸ਼ਲ ਪ੍ਰੈਸ਼ਰ ਹੋਏਗਾ, ਵੇਪਰ ਪ੍ਰੈਸ਼ਰ ਹੋਏਗਾ। ਤਾਂ ਜੋ ਸੋਲਿਊਸ਼ਨ ਦੇ ਵਿੱਚ ਉਸਦਾ ਵੇਪਰ ਪ੍ਰੈਸ਼ਰ ਹੈ, ਵੇਪਰ ਪ੍ਰੈਸ਼ਰ ਆਫ A ਇਨ ਮਿਕਸਚਰ, ਉਹ ਕਾਦੇ ਇਕੁਅਲ ਹੋਏਗਾ, ਇਸ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਮੋਲ ਫ੍ਰੈਕਸ਼ਨ ਆਫ A। ਜਿੱਦਾਂ ਆਪਾਂ ਉੱਥੇ ਹੈਨਰੀਜ਼ ਲੋ ਚ ਡਿਸਕਸ਼ਨ ਕੀਤਾ ਸੀ ਕਿ partial pressure of any gas is directly proportional to the mole fraction of any gas in a liquid। Similarly ਇੱਥੇ ਹੈ ਕਿ vapor pressure, ਇੱਥੇ ਆਪਾਂ ਹੁਣ ਕਾਹਦੀ ਗੱਲ ਕਰਾਂਗੇ, vapor pressure of your A in your mixture solution ਦੇ ਵਿੱਚ ਜੋ ਹੈ that is directly proportional to the mole fraction of your A in your solution। ਤੇ ਅਗਰ ਤੁਸੀਂ ਇੱਥੇ ਪ੍ਰੋਪੋਰਸ਼ਨੈਲਿਟੀ ਦਾ ਸਾਈਨ ਹਟਾਉਂਦੇ ਹੋ ਤਾਂ ਇੱਥੇ ਕਨਸਟੈਂਟ ਕੀ ਆਉਂਦਾ ਹੈ, ਤੁਹਾਡਾ PA naught। ਐਂਡ PA naught ਕੀ ਹੈ, ਤੁਹਾਡੇ ਪਿਓਰ A ਦਾ ਵੇਪਰ ਪ੍ਰੈਸ਼ਰ ਹੈ ਨਾ। ਦੇਖੋ ਕੀ ਹੈ, ਹੁਣ ਤੁਸੀਂ ਕਹੋਗੇ ਕਿ ਇਹਨਾਂ ਦਾ ਮਤਲਬ ਕੀ ਹੈ। ਦੇਖੋ A ਵੇਪਰ ਪ੍ਰੈਸ਼ਰ ਦਾ ਮਤਲਬ ਕੀ ਹੁੰਦਾ ਹੈ, ਟੈਂਡੈਂਸੀ ਆਫ ਐਨੀ ਪਾਰਟੀਕਲਸ ਟੂ ਐਸਕੇਪ ਆਊਟ, ਕਿ ਬਾਹਰ ਜਾਣ ਦੀ ਟੈਂਡੈਂਸੀ ਕੀ ਹੈ। ਤਾਂ ਤੁਸੀਂ ਦੇਖੋ ਜਦੋਂ ਤੁਹਾਡਾ ਇੱਥੇ ਪਿਓਰ ਲਿਕੁਇਡ ਸੀ A, ਤਾਂ ਉਸ ਨੂੰ ਰੋਕਣ ਟੋਕਣ ਵਾਲਾ ਕੋਈ ਵੀ ਨਹੀਂ ਸੀ, ਉਹ ਈਜ਼ੀਲੀ ਇਥੋਂ ਐਸਕੇਪ ਕਰ ਸਕਦੇ ਸੀ। ਪਰ ਜਿੱਦਾਂ ਹੀ ਤੁਸੀਂ ਇਹਦੇ ਵਿੱਚ B ਐਡ ਕੀਤਾ ਤਾਂ ਜੋ ਤੁਹਾਡਾ ਸੋਲਿਊਸ਼ਨ ਸੀ, ਸੋਲਿਊਸ਼ਨ ਦੇ ਵਿੱਚ ਹੁਣ ਇੱਥੇ ਕੀ ਹੋ ਗਿਆ, A plus B। ਜਦੋਂ ਕੱਲਾ ਉਹ ਪਿਓਰ A ਸੀ ਤਾਂ ਸਰਫੇਸ ਤੇ ਸਾਰੇ ਦੇ ਸਾਰੇ ਮੋਲੀਕਿਊਲ ਕੀ ਸੀ, A ਸੀ। ਤਾਂ ਉਹਨਾਂ ਦੀ ਜੋ ਐਸਕੇਪਿੰਗ ਟੈਂਡੈਂਸੀ ਸੀ ਉਹ ਕੀ ਸੀ,
ਜ਼ਿਆਦਾ ਸੀ। ਬਟ ਜਦੋਂ ਤੁਸੀਂ ਸੋਲਿਊਸ਼ਨ ਐਡ ਕੀਤਾ ਤਾਂ ਸਰਫੇਸ ਤੇ ਕੁਝ ਮੋਲੀਕਿਊਲਸ ਤੁਹਾਡੇ A ਦੇ ਹੋਣਗੇ, ਕੁਝ ਮੋਲੀਕਿਊਲਸ ਤੁਹਾਡੇ ਕੀ ਹੋਣਗੇ, B ਦੇ ਹੋਣਗੇ, ਮਤਲਬ ਹੁਣ ਇੱਕ ਪ੍ਰੋਪੋਰਸ਼ਨ ਦੇ ਵਿੱਚ ਪ੍ਰੈਜ਼ੈਂਟ ਹੋਣਗੇ। ਅਗਰ ਤੁਹਾਡੇ ਪਿਓਰ A ਦੇ ਵਿੱਚ 5 ਮੋਲੀਕਿਊਲਸ ਤੁਹਾਡੇ ਸਰਫੇਸ ਤੇ ਸੀ ਤੇ 5 ਦੇ 5 ਮੋਲੀਕਿਊਲਸ ਦੀ ਐਸਕੇਪਿੰਗ ਟੈਂਡੈਂਸੀ ਸੀ। ਬਟ ਅਗਰ ਤੁਸੀਂ ਸੋਲਿਊਸ਼ਨ ਦੀ ਗੱਲ ਕਰਦੇ ਹੋ ਤਾਂ ਸੋਲਿਊਸ਼ਨ ਦੇ ਵਿੱਚ ਕੀ ਪਤਾ ਤੁਹਾਡੇ 3 ਮੋਲੀਕਿਊਲ ਸਰਫੇਸ ਤੇ A ਦੇ ਹੋਣ ਤੇ 2 ਮੋਲੀਕਿਊਲਸ ਤੁਹਾਡੇ B ਦੇ ਹੋਣ। ਦੈਟ ਮੀਨਸ ਇੱਥੇ ਹੁਣ ਪੰਜਾਂ ਵਿੱਚੋਂ ਐਸਕੇਪਿੰਗ ਟੈਂਡੈਂਸੀ A ਦੀ ਕਿੰਨੀ ਹੋਈ, ਸਿਰਫ 3। ਦੈਟ ਮੀਨਸ ਜਦੋਂ ਤੁਸੀਂ ਸੋਲਿਊਸ਼ਨ ਦੀ ਗੱਲ ਕਰਦੇ ਹੋ ਤਾਂ ਸੋਲਿਊਸ਼ਨ ਦੇ ਵਿੱਚ ਜੋ ਵੇਪਰ ਪ੍ਰੈਸ਼ਰ ਹੈ ਇੱਕ ਪਾਰਟਿਕੂਲਰ ਕੰਪੋਨੈਂਟ ਦਾ, ਉਹ ਕੀ ਹੋ ਜਾਂਦਾ ਹੈ ਤੁਹਾਡਾ, ਡਿਕਰੀਜ਼ ਕਰ ਜਾਂਦਾ ਹੈ ਉਸਦੇ ਪਿਓਰ ਕੰਪੋਨੈਂਟ ਤੋਂ। ਤਾਂ ਦੇਖੋ ਆਪਾਂ ਇਹ ਪੁਆਇੰਟ ਕਹਿ ਰਹੇ ਹਾਂ ਕਿ ਜੋ ਤੁਹਾਡਾ ਵੇਪਰ ਪ੍ਰੈਸ਼ਰ ਹੈ ਕਿਸੇ ਵੀ ਕੰਪੋਨੈਂਟ ਦਾ ਮਿਕਸਚਰ ਦੇ ਵਿੱਚ, ਉਹ ਥੋੜਾ ਘੱਟ ਹੁੰਦਾ ਹੈ ਉਸਦੇ ਵੇਪਰ ਪ੍ਰੈਸ਼ਰ ਆਫ ਪਿਓਰ ਕੰਪੋਨੈਂਟ। ਇਹ ਚੀਜ਼ ਨੂੰ ਜਸਟੀਫਾਈ ਕਿੱਦਾਂ ਕਰਦਾ ਹੈ ਇਹ ਲਾਅ, ਤਾਂ ਤੁਹਾਨੂੰ ਪਤਾ ਹੈ ਮੋਲ ਫ੍ਰੈਕਸ਼ਨ ਦੀ ਵੈਲਿਊ ਹਮੇਸ਼ਾ ਲੈਸ ਦੈਨ 1 ਹੁੰਦੀ ਹੈ। ਤਾਂ ਜਦੋਂ ਤੁਸੀਂ ਇੱਕ ਨੰਬਰ ਨੂੰ ਇੱਕ ਅਜਿਹੇ ਨੰਬਰ ਨਾਲ ਮਲਟੀਪਲਾਈ ਕਰ ਰਹੇ ਹੋ ਜਿਸ ਦੀ ਵੈਲਿਊ ਲੈਸ ਦੈਨ 1 ਹੈ, ਤਾਂ ਇਸ ਦੀ ਜੋ ਓਵਰਆਲ ਵੈਲਿਊ ਆਏਗੀ ਉਹ PA ਨੋਟ ਤੋਂ ਕੀ ਆਏਗੀ, ਘੱਟ ਆਏਗੀ, ਐਂਡ that will equal to your vapor pressure of your A in your mixture। ਸਿਮਿਲਰਲੀ ਅਗਰ ਤੁਸੀਂ B ਕੰਪੋਨੈਂਟ ਦੀ ਗੱਲ ਕਰੋਗੇ ਤਾਂ ਉਹਦੇ ਲਈ ਤੁਸੀਂ ਕਿੱਦਾਂ ਜਸਟੀਫਾਈ ਕਰੋਗੇ, PB is equal to mole fraction of B into vapor pressure of your pure component B। ਦੇਖੋ ਜੋ ਹੁਣ ਇੱਥੇ ਆਪਾਂ ਗੱਲ ਕੀਤੀ ਹੈ ਵੇਪਰ ਪ੍ਰੈਸ਼ਰ ਦੀ, ਹੈ ਨਾ, ਤਾਂ ਇੱਥੇ ਜੋ ਵੇਪਰ ਪ੍ਰੈਸ਼ਰ ਆਪਾਂ ਕੰਸੀਡਰ ਕੀਤੇ ਨੇ ਦੈਟ ਆਰ ਇਨ ਲਿਕੁਇਡ ਫੇਸ, ਹੈ ਨਾ। ਤਾਂ ਦੇਖੋ ਲਿਕੁਇਡ ਫੇਸ ਦੇ ਵਿੱਚ ਕਿੰਨੇ ਉਹਦਾ ਵੇਪਰ ਪ੍ਰੈਸ਼ਰ ਹੈ, ਆਪਾਂ ਉਹਦੀ ਕੰਸੀਡਰ ਇੱਥੇ ਗੱਲ ਕੀਤੀ ਹੈ। ਤਾਂ ਆਪਾਂ ਦੇਖੋ ਡਾਲਟਨ ਲਾਅ ਆਫ ਪਾਰਸ਼ੀਅਲ ਪ੍ਰੈਸ਼ਰ ਆਲਰੇਡੀ ਪੜ੍ਹਿਆ ਹੋਇਆ ਹੈ। ਅਕੋਰਡਿੰਗ ਟੂ ਦੈਟ ਜੋ ਤੁਹਾਡਾ P ਟੋਟਲ ਹੁੰਦਾ ਹੈ ਕਾਹਦੇ ਇਕੁਅਲ ਹੁੰਦਾ ਹੈ, ਸਮ ਆਫ ਇੰਡੀਵਿਜੂਅਲ ਪ੍ਰੈਸ਼ਰ P1 plus P2। ਤਾਂ P1 ਦੀ ਵੈਲਿਊ ਆਪਾਂ ਆਲਰੇਡੀ ਲਿਖ ਚੁੱਕੇ ਹਾਂ, P2 ਦੀ ਵੈਲਿਊ ਲਿਖ ਚੁੱਕੇ ਹਾਂ, ਤੇ ਤੁਹਾਨੂੰ ਪਤਾ ਹੈ ਮੋਲ ਫ੍ਰੈਕਸ਼ਨ x1 x2 ਕਾਹਦੇ ਇਕੁਅਲ ਹੁੰਦਾ ਹੈ, 1 ਦੇ। ਤਾਂ ਅਗਰ ਮੇਰੇ ਤੋਂ x1 ਦੀ ਵੈਲਿਊ ਕਿੰਨੀ ਆਏਗੀ, 1 x2। ਤਾਂ ਇੱਥੇ ਮੈਂ ਅਗਰ ਪੁੱਟ ਕਰਦਾ ਤਾਂ ਅਗਰ ਥੋੜਾ ਜਿਹਾ ਇਸਨੂੰ ਰੀਅਰੇਂਜ ਕਰਾਂ ਤਾਂ ਤੁਸੀਂ P ਟੋਟਲ ਨੂੰ ਇਨ ਟਰਮਸ ਆਫ ਯੂਅਰ ਮੋਲ ਫ੍ਰੈਕਸ਼ਨ ਆਫ B ਜਾਂ 2 ਦੇ ਰਿਸਪੈਕਟ ਦੇ ਨਾਲ ਇਸ ਨੂੰ ਡਿਫਾਈਨ ਕਰ ਸਕਦੇ ਹੋ। ਤਾਂ ਸਮ ਟਾਈਮਸ ਨਾ ਤੁਹਾਨੂੰ ਪੇਪਰ ਦੇ ਵਿੱਚ ਏਦਾਂ ਹੀ ਕੁਐਸਚਨ ਆ ਜਾਂਦਾ ਹੈ ਕਿ ਜੋ ਤੁਹਾਡਾ ਟੋਟਲ ਪ੍ਰੈਸ਼ਰ ਹੋਏਗਾ, ਹੈ ਨਾ, ਵੇਪਰ ਪ੍ਰੈਸ਼ਰ ਹੋਏਗਾ ਤੁਹਾਡੇ ਮਿਕਸਚਰ ਦਾ, ਉਹਨੂੰ ਐਕਸਪ੍ਰੈਸ ਕਰੋ ਇਨ ਟਰਮਸ ਆਫ ਮੋਲ ਫ੍ਰੈਕਸ਼ਨ ਆਫ B ਜਾਂ ਇਨ ਟਰਮਸ ਆਫ ਮੋਲ ਫ੍ਰੈਕਸ਼ਨ ਆਫ ਯੂਅਰ A। ਤਾਂ ਇੱਥੇ ਆਪਾਂ B ਦੀ ਟਰਮ ਚ ਐਕਸਪ੍ਰੈਸ ਕੀਤਾ ਹੈ, ਬਟ ਅਗਰ ਤੁਹਾਨੂੰ A ਦੀ ਟਰਮ ਚ ਪੁੱਛ ਲੈਣਗੇ ਤਾਂ ਉੱਥੇ ਤੁਸੀਂ x2 ਦੀ ਵੈਲਿਊ ਪੁੱਟ ਕਰ ਦੇਣਾ 1 x1। ਤਾਂ ਜੋ ਵੀ ਤੁਹਾਡਾ ਆਂਸਰ ਆਏਗਾ that will be your total pressure, vapor pressure, ठीक है, of your mixture in terms of your mole fraction A। point clear है। ਤਾਂ ਅਗਰ ਤੁਸੀਂ ਮੋਲ ਫ੍ਰੈਕਸ਼ਨ ਨੂੰ ਕੈਲਕੂਲੇਟ ਕਰਨਾ ਹੈ, ਠੀਕ ਹੈ, ਵੇਪਰ ਫੇਸ ਦੇ ਵਿੱਚ, ਕਿ ਜੋ ਤੁਹਾਡਾ ਵੇਪਰ ਫੇਸ ਹੈ ਉਹਦੇ ਵਿੱਚ ਮੋਲ ਫ੍ਰੈਕਸ਼ਨ ਕਿੰਨਾ ਹੋਏਗਾ, ਤਾਂ ਉਹਦੇ ਲਈ ਆਪਾਂ ਕੀ ਯੂਜ਼ ਕਰਾਂਗੇ, P1 is equal to Y1 into total pressure। ਟੋਟਲ ਪ੍ਰੈਸ਼ਰ ਜੋ ਆਪਾਂ ਆਲਰੇਡੀ ਡਾਲਟਨ ਲਾਅ ਤੋਂ ਕੱਢ ਚੁੱਕੇ ਹਾਂ, ਆਪਾਂ ਉਹ ਯੂਜ਼ ਕਰਾਂਗੇ ਤੁਹਾਡੇ ਟੋਟਲ ਵੇਪਰ ਪ੍ਰੈਸ਼ਰ ਨੂੰ ਕੈਲਕੂਲੇਟ ਕਰਨ ਦੇ ਲਈ। ਕਿਉਂ ਕਰਾਂਗੇ, ਦੇਖੋ ਹੁਣ ਇਸ ਚੀਜ਼ ਨੂੰ ਇੱਥੇ ਸਮਝ ਲਓ। ਤਾਂ ਦੇਖੋ ਤੁਹਾਡਾ ਜਦੋਂ ਮੈਂ ਗੱਲ ਕਰ ਰਿਹਾ ਹਾਂ ਵੇਪਰ ਫੇਸ ਦੀ, ਤਾਂ ਵੇਪਰ ਫੇਸ ਦੇ ਵਿੱਚ ਤੁਹਾਡੇ ਟੋਟਲ ਵੇਪਰਸ ਆ ਜਾਣਗੇ ਨਾ। ਟੋਟਲ ਵੇਪਰ ਦਾ ਮਤਲਬ ਟੋਟਲ ਵੇਪਰ ਪ੍ਰੈਸ਼ਰ ਹੀ ਕੰਸੀਡਰ ਕਰੋਗੇ, ਠੀਕ ਹੈ। ਤਾਂ ਜਦੋਂ ਤੁਸੀਂ ਦੇਖੋ ਲਿਕੁਇਡ ਦੀ ਗੱਲ ਕਰ ਰਹੇ ਸੀ ਰੋਲਸ ਲਾਅ ਦੇ ਅਕੋਰਡਿੰਗ, ਤਾਂ A ਕੰਪੋਨੈਂਟ ਲਈ ਕੀ ਲਿਖਿਆ ਸੀ ਆਪਾਂ, XA PA0। ਰੀਜ਼ਨ ਕੀ ਸੀ ਕਿ ਆਪਾਂ ਇੱਥੇ ਜੋ ਵੀ ਕੰਸੀਡਰ ਕਰ ਰਹੇ ਸੀਗੇ ਵੇਪਰ ਪ੍ਰੈਸ਼ਰ, ਉਹ ਲਿਕੁਇਡ ਫੇਸ ਦੇ ਵਿੱਚ ਕੰਸੀਡਰ ਕਰ ਰਹੇ ਸੀ। ਤਾਂ ਲਿਕੁਇਡ ਫੇਸ ਦੇ ਵਿੱਚ ਜੋ ਉਸਦਾ ਪਿਓਰ ਕੰਪੋਨੈਂਟ ਦਾ ਪ੍ਰੈਸ਼ਰ ਸੀ ਆਪਾਂ ਉਹੀ ਕੰਸੀਡਰ ਕੀਤਾ ਸੀ। ਪਰ ਜਦੋਂ ਤੁਸੀਂ ਵੇਪਰ ਫੇਸ ਦੇ ਵਿੱਚ ਗੱਲ ਕਰਦੇ ਹੋ ਤਾਂ ਵੇਪਰ ਫੇਸ ਦੇ ਵਿੱਚ ਤੁਹਾਡਾ ਸਾਰੇ ਦਾ ਸਾਰਾ ਪ੍ਰੈਸ਼ਰ ਆਉਂਦਾ ਹੈ ਟੋਟਲ ਸਿਸਟਮ ਦਾ। ਤਾਂ ਕਰਕੇ ਅਗਰ ਤੁਸੀਂ ਉਸ ਕੇਸ ਦੇ ਵਿੱਚ ਮੋਲ ਫ੍ਰੈਕਸ਼ਨ ਕੈਲਕੂਲੇਟ ਕਰਨਾ ਹੈ ਕਿ ਵੇਪਰ ਫੇਸ ਦੇ ਵਿੱਚ ਕਿੰਨੇ ਨੇ, ਤਾਂ ਮੋਲ ਫ੍ਰੈਕਸ਼ਨ Y1 ਇਨਟੂ ਟੋਟਲ ਪ੍ਰੈਸ਼ਰ ਲਓਗੇ ਸਿਸਟਮ ਦਾ, ਕਿ ਜੋ ਤੁਹਾਡੇ ਟੋਟਲ ਸਿਸਟਮ ਦਾ ਜੋ ਵੇਪਰ ਪ੍ਰੈਸ਼ਰ ਹੈ ਉਹ ਕੰਸੀਡਰ ਕਰੋਗੇ ਫਸਟ ਕੰਪੋਨੈਂਟ ਲਈ, ਤੇ ਸੈਕੰਡ ਕੰਪੋਨੈਂਟ ਲਈ ਕੀ ਕੰਸੀਡਰ ਕਰੋਗੇ, ਮੋਲ ਫ੍ਰੈਕਸ਼ਨ ਆਫ ਸੈਕੰਡ ਇਨਟੂ ਟੋਟਲ ਵੇਪਰ ਪ੍ਰੈਸ਼ਰ ਆਫ ਯੂਅਰ ਸਿਸਟਮ।